प्लीज सब्सक्राइब आवर चैनल एंड प्रेस द बेल आइकन ताकि कोई भी नवी अपडेट तुझे बिल्कुल भी मिस ना करो। ਸਾਨੂੰ ਖਾਲਿਸਤਾਨੀ ਅੱਤਵਾਦੀ ਬਹੁਤ ਕੁਝ ਕਹਿ ਰਹੇ ਸੀ, ਭੱਦੀਆਂ ਭੱਦੀਆਂ ਸ਼ਬਦਾਂ ਵਾਲੀਆਂ ਕੁਝ ਡੰਡੇ ਵੀ ਤੋੜੇ, ਪਰ ਇਹਨਾਂ ਨੇ ਸਾਡੇ ਤੇ ਅਤਿਆਚਾਰ ਕੀਤਾ। ਪੁਲਿਸ ਨੇ ਅਤਿਆਚਾਰ ਕਿਉਂ ਕੀਤਾ ਇਹ ਤਾਂ ਇਹ ਜਾਣਦੇ ਨੇ। 26 ਤਰੀਕ ਨੂੰ ਰਾਤ ਨੂੰ ਚੱਕਿਆ ਗਿਆ ਸੀ, ਰਾਤ ਨੂੰ ਕੋਈ ਖਾਣਾ ਨਹੀਂ ਦਿੱਤਾ ਉਹਨਾਂ ਨੇ। ਦੂਜੇ ਦਿਨ ਵੀ ਸਾਨੂੰ ਕੋਈ ਚਾਹ ਨਾ ਪਾਣੀ, ਕੋਈ ਖਾਣਾ ਨਹੀਂ ਦਿੱਤਾ ਗਿਆ ਪੱਛਮ ਬਿਹਾਰ ਦੇ ਵਿੱਚ। ਇੱਕ ਦੂਜੇ ਨੂੰ ਵੇਖ ਕੇ ਮੁਸਕਰਾਉਂਦੇ ਸੀ, ਜਿਵੇਂ ਕਸਾਈ ਬੱਕਰੇ ਨੂੰ ਵੇਖ ਕੇ ਨਹੀਂ ਮੁਸਕਰਾਉਂਦਾ ਵੀ ਲੈ ਵੀ ਹਲਾਲ ਕਰਨ ਦੇ ਲਈ ਆ ਗਿਆ, ਚੰਗਾ ਪੈਸਾ ਵੱਟਿਆ ਜੋ। ਉਹ ਆਪਣੀਆਂ ਤਰੱਕੀਆਂ ਦੇਖ ਰਹੇ ਸੀ ਸਾਡੇ ਵਿੱਚੋਂ। ਛੋਟੀ ਛੋਟੀ ਉਮਰਾਂ ਦੇ ਬੱਚੇ ਸੀ, ਉਹ ਕਹਿੰਦੇ ਅਸੀਂ ਮੋਟਰਸਾਈਕਲ ਲੈ ਕੇ ਜਾ ਰਹੇ ਸੀ, ਸਾਨੂੰ ਉਹਦੇ ਰੁਕੋ ਅਸੀਂ ਕਾਗਜ਼ ਚੈੱਕ ਕਰਵਾਉਣ ਦੇ ਲਈ ਰੁਕੇ। ਉਹਨਾਂ ਨੂੰ ਫੜ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਦਿੱਤਾ। ਕਹਿੰਦੀ ਮੈਂ 2 ਦਿਨ ਹੋ ਗਏ ਮੈਂ ਰੋਈ ਜਾਂਦੀ ਹਾਂ ਵੀ ਪਤਾ ਨਹੀਂ ਕੀ ਬਣਿਆ, ਲਾਲ ਕਿਲੇ ਦੇ ਵਿੱਚ ਐਡਾ ਕਾਂਡ ਹੋ ਗਿਆ। 14 ਸਾਡੇ ਤੇ ਧਾਰਾ ਬਿਨਾਂ ਗੱਲੋਂ, ਸਾਨੂੰ ਪਾਣੀ ਦੀ ਧਾਰਾ ਦਾ ਤਾਂ ਪਤਾ ਸੀ ਵਹਿੰਦੀ ਆ, ਆਹ ਧਾਰਾਂ ਦਾ ਪਹਿਲੀ ਵਾਰ ਪਤਾ ਲੱਗਿਆ ਵੀ 12-14 ਧਾਰਾਂ ਬਿਨਾਂ ਕਿਸੇ ਕਸੂਰ ਤੋਂ ਲੱਗ ਸਕਦੀਆਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਰਾਜਵਿੰਦਰ ਭੁੱਲਰ। ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਤੁਸੀਂ ਸਾਂਝਾ ਟੀਵੀ ਦੇ ਮਾਧਿਅਮ ਰਾਹੀਂ ਦੇਖ ਰਹੇ ਹੋ, ਪਰ ਇਸ ਵਕਤ ਸਾਂਝਾ ਟੀਵੀ ਦੀ ਟੀਮ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ 40 ਮੁਕਤਿਆਂ ਦੀ ਧਰਤੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਆਸਾ ਬੁੱਟਰ ਪਿੰਡ ਵਿੱਚ ਪਹੁੰਚੀ ਹੋਈ ਹੈ, ਕਿਉਂਕਿ ਇੱਥੋਂ ਦਾ ਇੱਕ ਨੌਜਵਾਨ ਜਿਹੜਾ ਕਿਸਾਨੀ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਗਿਆ ਸੀ, 26 ਤਰੀਕ ਨੂੰ ਜਿਹੜੀ ਘਟਨਾ ਹੁੰਦੀ ਹੈ ਉਦੋਂ ਗ੍ਰਿਫਤਾਰ ਕੀਤਾ ਜਾਂਦਾ ਹੈ। ਲਗਭਗ ਮਹੀਨਾ ਜੇਲ੍ਹ ਵਿੱਚ ਸਜ਼ਾ ਕੱਟਣ ਤੋਂ ਬਾਅਦ, ਜੇਲ੍ਹ ਵਿੱਚ ਰਹਿਣ ਤੋਂ ਬਾਅਦ ਰਿਹਾ ਹੋ ਕੇ ਪਿੰਡ ਪਹੁੰਚਿਆ। ਗੱਲਬਾਤ ਕਰਦੇ ਹਾਂ, ਮੇਰੇ ਨਾਲ ਜਸਵਿੰਦਰ ਸਿੰਘ ਆਸਾ ਬੁੱਟਰ ਨੇ। ਇਹ ਕਬੱਡੀ ਕਮੈਂਟੇਟਰ ਨੇ, ਲੰਮੇ ਸਮੇਂ ਤੋਂ ਸੰਘਰਸ਼ ਨਾਲ ਜੁੜੇ ਹੋਏ ਨੇ। ਸਾਂਝਾ ਟੀਵੀ ਤੇ ਪਹਿਲਾਂ ਵੀ ਇਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ, ਇਹਨਾਂ ਨਾਲ ਗੱਲਬਾਤ ਜਦੋਂ ਟਿੱਕਰੀ ਬਾਰਡਰ ਤੇ ਮਾਰਚ ਹੁੰਦਾ ਸੀ ਉਦੋਂ ਵੀ ਤੁਸੀਂ ਵੀਡੀਓ ਦੇਖ ਰਹੇ ਹੋ। ਸਵਾਗਤ ਕਰਦੇ ਹਾਂ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਾਂਝਾ ਟੀਵੀ ਦੇ ਸਾਰੇ ਦਰਸ਼ਕਾਂ ਦਾ, ਸਾਂਝਾ ਟੀਵੀ ਦੇ ਸਾਰੀ ਟੀਮ ਦਾ ਇੱਥੇ ਪਹੁੰਚਣ ਤੇ ਧੰਨਵਾਦ ਜੀ। ਜਸਵਿੰਦਰ ਜੀ, ਮੀਡੀਆ 'ਚ ਬਹੁਤ ਕੁਛ ਪਹਿਲਾਂ ਆਪਾਂ ਦੇਖਿਆ, ਤੁਹਾਡੇ ਜਿਹੜੇ ਫੋਟੋਆਂ ਵੀ ਬਹੁਤ ਵਾਇਰਲ ਹੋਈਆਂ, ਤੁਸੀਂ ਲੰਮੇ ਸਮੇਂ ਤੋਂ ਸੰਘਰਸ਼ ਨਾਲ ਜੁੜੇ ਰਹੇ। ਅਸਲ ਦੇ ਵਿੱਚ ਉਹ 26 ਤਰੀਕ ਵਾਲੀ ਘਟਨਾ ਕੀ ਸੀ? ਕਿਵੇਂ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ? ਕਿੱਥੇ ਤੁਹਾਨੂੰ ਰੱਖਿਆ ਗਿਆ? ਕਿਹੜੇ ਤੁਹਾਡੇ ਤੇ ਪਰਚੇ ਪਾਏ ਗਏ? ਉਹਦੇ ਬਾਰੇ ਦੱਸੋ। 26 ਤਰੀਕ ਨੂੰ ਪਹਿਲਾਂ ਮੈਂ ਜਿੱਦਣ ਦਿਨ ਪੰਜਾਬ ਦੇ ਵਿੱਚ ਸੰਘਰਸ਼ ਸ਼ੁਰੂ ਹੋਇਆ, ਉਸੇ ਸੰਘਰਸ਼ ਦੇ ਵਿੱਚ ਪਹਿਲੇ ਦਿਨ ਤੋਂ ਹੀ ਉੱਦਾਂ ਹੋਇਆ, ਕਿਉਂਕਿ ਮੈਨੂੰ ਪਤਾ ਵੀ ਜੇ ਆਪਣੇ ਕੋਲੇ ਬਿੱਲ ਵਾਪਸ ਨਾ ਹੋਏ, ਇਹ ਕਾਲੇ ਕਾਨੂੰਨ ਹੈ, ਜੇ ਇਹਨਾਂ ਦੀ ਅੱਗੇ ਜਾ ਕੇ ਬਹੁਤ ਜ਼ਿਆਦਾ ਨਤੀਜਾ ਭੁਗਤਣਾ ਪੈਣਾ, ਬੜੇ ਘਾਤਕ ਸਿੱਟੇ ਨਿਕਲਣਗੇ। ਇਸੇ ਕਰਕੇ ਮੈਂ ਜਿਹੜਾ ਕਿਸਾਨੀ ਅੰਦੋਲਨ ਦੇ ਨਾਲ ਪਹਿਲੇ ਦਿਨ ਤੋਂ, ਜਦੋਂ ਪੰਜਾਬ ਦੇ ਵਿੱਚ ਸ਼ੁਰੂਆਤ ਹੁੰਦੀ ਹੈ, ਉਸ ਤੋਂ ਜੁੜਿਆ ਹੋਇਆ। ਬਾਅਦ ਲੰਬੀ ਉਡਾਰੀ ਸੀ, ਪਰ 26 ਜਨਵਰੀ ਸੀ ਜਿਹੜੀ ਹਰ ਆਮ ਦਿਨਾਂ ਵਾਂਗ ਹੀ ਸੀ ਮੇਰੇ ਲਈ ਉਸ ਦਿਨ। ਪਰ ਇੱਕ ਖਾਸ ਸੀਗਾ ਕਿ ਉੱਥੇ ਕਿਸਾਨਾਂ ਦੀ ਟਰੈਕਟਰ ਪਰੇਡ ਹੋਣ ਜਾ ਰਹੀ ਸੀ, ਕਿਉਂਕਿ ਸਾਨੂੰ ਜਥੇਬੰਦੀਆਂ ਨੇ ਉੱਥੇ ਸੱਦਿਆ ਸੀ, ਹੋਕਾ ਦਿੱਤਾ ਸੀ ਇਸੇ ਗੱਲ ਦਾ ਵੀ ਆਪਾਂ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਹੋਰ ਨਵਾਂ ਮੀਲ ਪੱਥਰ ਸਥਾਪਿਤ ਕਰਨ ਜਾ ਰਹੇ ਹਾਂ। ਅਤੇ ਉਹ ਟਰੈਕਟਰ ਪਰੇਡ ਦੇ ਵਿੱਚ ਅਸੀਂ ਸ਼ਾਮਲ ਸੀਗੇ, ਸੇਵਾ ਦੇ ਵਲੰਟੀਅਰ ਦੇ ਤੌਰ 'ਤੇ ਸੇਵਾ ਕਰ ਰਹੇ ਸੀ, ਸੇਵਾਦਾਰਾਂ ਦੇ ਤੌਰ 'ਤੇ। ਚਾਹ ਸੀ ਮਨ ਦੇ ਵਿੱਚ ਸਾਨੂੰ ਵੀ, ਕਿਉਂਕਿ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਵੀ ਸੇਵਾ ਭਾਵਨਾ ਜ਼ਿਆਦਾ ਹੁੰਦੀ ਹੈ, ਉਸੇ ਵੀ ਅਸੀਂ ਕਿਸਾਨਾਂ ਦੀ ਸੇਵਾ ਕਰ ਰਹੇ ਹਾਂ। ਸਭ ਤੋਂ ਪਹਿਲਾਂ ਉਤਸ਼ਾਹਿਤ ਸੀਗੇ ਵੀ ਪਹਿਲਾਂ ਇਹਨਾਂ ਦੇਸ਼ ਦੇ ਵਾਸੀਆਂ ਨੇ 26 ਜਨਵਰੀ ਜਵਾਨਾਂ ਦੀ ਪਰੇਡ ਦੇਖੀ ਹੈ। ਲਾਲ ਬਹਾਦਰ ਸ਼ਾਸਤਰੀ ਦਾ ਨਾਅਰਾ ਸੀ, ਜੈ ਜਵਾਨ ਜੈ ਕਿਸਾਨ। ਉਹਦੇ ਮੱਦੇ ਨਜ਼ਰ ਹੈ ਕਿਤੇ ਸਾਡੇ ਪਹਿਲਾਂ ਜਵਾਨਾਂ ਦੀ ਪਰੇਡ 'ਚ ਹੁਣ ਕਿਸਾਨ ਆਪਦੀ ਪਰੇਡ ਕਰਨ ਜਾ ਰਹੇ ਆ। ਪਰ ਕੀ ਘਟਨਾਕ੍ਰਮ ਹੁੰਦਾ ਹੈ ਕਿ ਸ਼ਾਮ ਦੇ ਵੇਲੇ ਅਸੀਂ ਉਸ ਪਰੇਡ ਦੇ ਵਿੱਚੋਂ ਸ਼ਾਮ ਵਾਪਸ ਆ ਗਏ ਸੀਗੇ। ਸ਼ਾਮ ਦੇ ਵੇਲੇ ਜਦੋਂ ਅਸੀਂ ਘੇਵਰਾ ਪਹੁੰਚੇ ਸੀ ਟਰਾਲੀ ਦੇ ਵਿੱਚ, ਕਿਉਂਕਿ ਟਰਾਲੀ ਦੇ ਵਿੱਚ ਸਾਨੂੰ ਇੱਕ ਕਿਸਾਨ ਮਿਲਿਆ ਜਿਹਦਾ ਨਾਂ ਗੁਰਵਿੰਦਰ ਸਿੰਘ ਸੀ, ਔਰ ਉਹ ਬੰਦਾ ਰਾਤ ਨੂੰ ਆਪਣੇ ਭਰਾ ਨੂੰ ਲੱਭਦਾ ਫਿਰਦਾ ਸੀ, ਆਪਣੇ ਸਾਥੀਆਂ ਲੱਭਦਾ ਫਿਰਦਾ ਸੀ। ਰਾਤ ਦੇ ਤਕਰੀਬਨ ਦੇਰ ਰਾਤ ਦਾ ਟਾਈਮ ਸੀ, ਟਾਈਮ ਦਾ ਨਹੀਂ ਪਤਾ ਕਿਉਂਕਿ ਸਾਡੇ ਕੋਲੇ ਫੋਨ ਜਿਹੜੇ ਬੰਦ ਹੋ ਗਏ ਸਨ। ਉਹਨੂੰ ਉਸ ਤੋਂ ਪਤਾ ਲੱਗਿਆ ਸਾਨੂੰ ਵੀ ਕੀ ਗੱਲ ਹੈ, ਕੀ ਬਾਤ। ਉਹਨੇ ਕਹਿੰਦਾ ਵੀ ਬਾਈ ਤੂੰ ਜਸਵਿੰਦਰ ਆਸਾ ਬੁੱਟਰ ਹੈ। ਮੇਰੇ ਨਾਲ ਬੰਗੀ ਨਿਹਾਲ ਸਿੰਘ ਵਾਲਾ ਦੇ ਕੁਝ ਕਿਸਾਨ ਸਨ, ਉਹਨਾਂ ਦੀ ਟਰਾਲੀ ਦੇ ਵਿੱਚ ਮੈਂ ਜਿਸ ਤਰ੍ਹਾਂ ਕਹਿੰਦੇ ਲਿਫਟ ਲਈ ਹੋਈ ਸੀ ਬੰਗੀ ਨਿਹਾਲ ਸਿੰਘ ਵਾਲਾ ਦੇ ਟਰਾਲੀ ਦੇ ਵਿੱਚ। ਉਹ ਗੁਰਵਿੰਦਰ ਸਿੰਘ ਤੋਂ ਪਤਾ ਲੱਗਿਆ ਸਾਨੂੰ ਵੀ ਉਹਦਾ ਭਰਾ ਯਾਨੀ ਗੁੰਮ ਆ। ਸਾਨੂੰ ਆਂਦਾ ਬਾਈ ਮੇਰਾ ਭਰਾ ਗੁੰਮ ਆ, ਪਤਾ ਨਹੀਂ ਜਿਉਂਦਾ ਕਿ ਮਰ ਗਿਆ। ਇੱਕ ਵਾਰੀ ਫੋਨ ਨਾਲ ਸੰਪਰਕ ਹੋਇਆ ਸੀ, ਉਹਦਾ ਮੈਨੂੰ ਪੁਲਿਸ ਨੇ ਚੱਕ ਲਿਆ। ਉਸ ਤੋਂ ਬਾਅਦ ਮੈਨੂੰ ਫੋਨ ਬੰਦ ਆ ਰਿਹਾ ਅਤੇ ਮਨ ਡਰ ਰਿਹਾ ਸੀਗਾ, ਸਾਡਾ ਵੀ ਮਨ ਡਰ ਗਿਆ ਯਾਰ, ਬਾਬਾ ਸੁੱਖ ਰੱਖੇ ਵੀ ਕੀ ਪਤਾ ਨਹੀਂ ਕੀ ਜਵਾਨਾਂ ਦੇ ਨਾਲ ਕੀ ਕੁਛ ਹੋ ਰਿਹਾ ਵੀ। ਇੱਕ ਥੋੜ੍ਹਾ ਜਿਹਾ ਮੈਂਟਲੀ ਅਪਸੈਟ ਵਾਲੀ ਗੱਲ ਹੁੰਦੀ ਆ ਉਹ ਬੱਚੇ ਦੀ। ਅਤੇ ਇਸੇ ਮੈਂ ਉਹਨਾਂ ਨੂੰ ਪੁੱਛਿਆ ਕੀ ਗੱਲ ਕਰੀਏ। ਅਸੀਂ ਕਾਨੂੰਨ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਵੀ ਕਾਨੂੰਨ ਤੋਂ ਵੱਡਾ ਕੌਣ ਹੈ, ਚਲੋ ਆਪਾਂ ਥਾਣੇ ਰਿਪੋਰਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਜਦੋਂ ਅਸੀਂ ਨਾਗਲੋਈ ਥਾਣੇ ਦੇ ਵਿੱਚ ਆਏ, ਅਸੀਂ ਪਿੱਛੇ ਟਰੈਕਟਰ ਠਲਤਾ, ਪਿੱਛੇ ਵੀ ਆਪਣਾ ਇੰਟਰਵਿਊ ਵੀ
ਰਿਪੋਰਟ ਲਿਖਾਉਣ ਦੀ ਕੋਸ਼ਿਸ਼ ਕੀਤੀ। ਸਾਨੂੰ ਪਹਿਲਾਂ ਦੇਖਿਆ ਵੀ ਦੇਖ ਲਓ ਤੁਹਾਡਾ ਤਾਂ ਇੱਥੇ ਬੰਦਾ ਹੀ ਨਹੀਂ ਇੱਦਾਂ ਦਾ। ਫਿਰ ਅਸੀਂ ਵਾਪਸ ਆਏ ਅਸੀਂ ਥਾਣੇ ਦੇ ਵਿੱਚ, ਸਾਨੂੰ ਉੱਥੇ ਹੀ ਕਿਡਨੈਪ ਕਰ ਲਿਆ ਉਹਨਾਂ ਨੇ। ਯਾਨੀ ਗ੍ਰਿਫਤਾਰ ਨਹੀਂ ਕਹਿੰਦਾ, ਮੈਂ ਇਹਨੂੰ ਗ੍ਰਿਫਤਾਰੀ ਨਹੀਂ ਕਹਿ ਸਕਦਾ, ਕਿਉਂਕਿ ਇੱਕਦਮ ਚਲੋ ਥਾਣੇ ਚਲੋ, ਤੁਸੀਂ ਕਰਿਆ ਕਰਕੇ ਕਿਆ ਬਾਤ ਹੈ। ਅਸੀਂ ਪਤਾ ਨਹੀਂ ਕੀ ਗੱਲ, ਹੋ ਸਕਦਾ ਕੁਛ ਕਰਦੇ ਹੁਣ, ਪਰ ਉੱਥੇ ਜਾ ਕੇ ਸਾਨੂੰ ਉਹਨਾਂ ਨੇ ਹਵਾਲਾ 'ਚ ਬੰਦ ਕਰ ਲਿਆ। ਉਸ ਤੋਂ ਬਾਅਦ ਸਾਡੇ ਨਗ ਪੂਰੇ ਕੀਤੇ। ਫੋਨ ਆਇਆ, ਪਤਾ ਨਹੀਂ ਕਿਹੜੇ ਥਾਣੇਦਾਰ ਕਿਸੇ ਦਾ ਹੋਣਾ, ਉਹ ਆਂਦੇ ਵੀ ਇੱਧਰ ਬੰਦੇ, ਉਹ ਆਂਦੇ ਚਲੋ ਵੀ ਇਹਨਾਂ ਬੰਦਿਆਂ ਨੂੰ ਉੱਧਰ ਭੇਜ ਦਿਓ। ਸਾਨੂੰ ਪੱਛਮ ਬਿਹਾਰ ਥਾਣੇ ਦੇ ਵਿੱਚ ਆ ਕੇ ਸਾਡੇ 'ਤੇ FIR ਕੱਟ ਕੇ ਫਿਰ ਸਾਡੇ 'ਤੇ ਜਿਹੜੇ ਉਹਨਾਂ ਨੇ ਉਦੋਂ ਪਹਿਲਾਂ ਸਾਨੂੰ ਖਾਲਿਸਤਾਨੀ, ਆਤੰਕਵਾਦੀ ਬਹੁਤ ਕੁਝ ਕਹਿ ਰਹੇ ਸੀ, ਭੱਦੀਆਂ ਸ਼ਬਦਾਂ ਵਾਲੀਆਂ, ਕੁਛ ਡੰਡੇ ਵੀ ਤੋੜੇ ਉਹਨਾਂ ਨੇ। ਮੈਂ ਪਹਿਲਾਂ ਤੁਸੀਂ ਉੱਥੇ ਥਾਣੇ ਦੇ ਵਿੱਚ ਰਿਪੋਰਟ ਦਰਜ ਕਰਨ ਪਹੁੰਚੇ, ਕੀ ਤੁਹਾਨੂੰ ਉਦੋਂ ਤੱਕ ਪਤਾ ਲੱਗ ਚੁੱਕਿਆ ਸੀ ਕਿ 26 ਜਿਹੜੀ ਉਹ ਘਟਨਾ ਵਾਪਰ ਗਈ ਹੈ ਕਿ ਲਾਲ ਕਿਲੇ ਤੇ ਝੰਡਾ ਲਹਿਰਾ ਦਿੱਤਾ ਗਿਆ, ਵੀ ਪੁਲਿਸ ਨੇ ਕੁਝ ਦੱਸਿਆ ਸੀ ਕਿ ਇਦਾਂ ਦਾ ਕੁਝ ਹੋ ਚੁੱਕਿਆ ਤਾਂ ਅਸੀਂ ਤੁਹਾਨੂੰ ਜਿਹੜਾ ਇਹ ਪੁੱਛ ਪੜਤਾਲ ਤੁਹਾਡੇ ਨਾਲ ਕਰ ਰਹੇ ਹਾਂ? ਨਾ, ਬਿਲਕੁਲ ਕੋਈ ਗੱਲ ਨਹੀਂ ਕੀਤੀ ਸਾਡੇ ਨਾਲ। ਸਾਨੂੰ ਤਾਂ ਕੋਈ ਪੁੱਛ ਪੜਤਾਲ, ਸਾਨੂੰ ਇਸ ਤਰ੍ਹਾਂ ਦੀ ਕੋਈ ਗੱਲ ਗਤੀਵਿਧੀ ਕੀਤੀ ਨਹੀਂ, ਕਿਉਂਕਿ ਜੇ ਉਸ ਤੋਂ ਪਹਿਲਾਂ ਅਸੀਂ ਦੇਰ ਰਾਤ 8:30 ਵਜੇ ਲਾਲ ਕਿਲੇ ਦੇ ਵੀ ਨਕਲਾਂ ਦੇ ਵੀ ਗਏ ਸੀ। ਅਸੀਂ ਦੇਸ਼ ਦੇ ਹਿੰਦੁਸਤਾਨ ਦੇ ਵਾਸੀ ਹਾਂ, ਸਾਨੂੰ ਭਾਰਤ ਦੇਸ਼ ਦੇ ਵਾਸੀ ਹਾਂ, ਅਸੀਂ ਪੂਰਾ ਹੱਕ ਬਣਦਾ, ਕਿਉਂਕਿ ਅਸੀਂ ਕੋਈ ਗਲਤ ਨਹੀਂ ਆ। ਅਸੀਂ ਕਿਸੇ ਤਰ੍ਹਾਂ ਦੇ 1% ਸਾਨੂੰ ਕੋਈ ਗਲਤ ਦਿਖਾ ਦੇ ਵੀ ਤੁਸੀਂ ਆਹ ਸਾਡੇ ਦੇਸ਼ ਦੇ ਲਈ ਨੁਕਸਾਨਦਾਇਕ ਕੰਮ ਕੀਤਾ, ਤੇ ਅਸੀਂ ਆਪਾਂ ਨੂੰ ਸਜ਼ਾ ਦੇਣ ਦੇ ਲਈ ਤਿਆਰ ਹਾਂ। ਉਹਨਾਂ ਨੇ ਸਾਨੂੰ, ਪੁਲਿਸ ਨੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ, ਤੇ ਨਾ ਹੀ ਕੋਈ ਇਸ ਤਰ੍ਹਾਂ ਦੀ ਜਿਹੜੀਆਂ ਸਾਨੂੰ ਬਾਅਦ 'ਚ ਦੇਰ ਪਤਾ, ਕਿਉਂਕਿ ਨੈੱਟ ਵਗੈਰਾ ਬੰਦ ਸੀ। ਸਾਨੂੰ ਬਾਅਦ ਦੇ ਵਿੱਚ ਪਤਾ ਲੱਗਾ ਕਿ ਨੈਸ਼ਨਲ ਮੀਡੀਆ ਨੇ ਬੜਾ ਕੁਛ ਇੱਦਾਂ, ਇੱਥੇ ਆਹ ਹੋ ਗਿਆ, ਇੱਥੇ ਆਹ ਹੋ ਗਿਆ, ਇੱਥੇ ਆਹ ਹੋ ਗਿਆ, ਪਰ ਸਾਨੂੰ ਪੁਲਿਸ ਨੇ ਵੀ ਇਹ ਕੋਈ ਜਾਣਕਾਰੀ ਨਹੀਂ ਦਿੱਤੀ ਸੀ ਪੁਖਤਾ। ਕਿੱਦਾਂ ਦਾ ਸਲੂਕ ਤੁਹਾਡੇ ਨਾਲ ਕੀਤਾ ਗਿਆ ਜਦੋਂ ਤੁਸੀਂ ਉੱਥੇ ਥਾਣੇ ਵਿੱਚ ਪਹੁੰਚੇ? ਤੁਹਾਨੂੰ ਇੱਕ ਤਰ੍ਹਾਂ ਦਾ ਕਿਡਨੈਪ ਕਰ ਲਿਆ ਗਿਆ। ਤੁਹਾਡੇ ਤੇ ਅਸਲ ਪਰਚਾ ਕਦੋਂ ਪਾਇਆ ਗਿਆ? ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਡੇ ਤੇ ਆਹ ਧਾਰਾਵਾਂ ਲਾਈਆਂ ਜਾ ਰਹੀਆਂ? ਕਿਉਂਕਿ ਤੁਸੀਂ ਇਹ ਵੀ ਦੱਸਿਆ ਜਦੋਂ ਤੁਸੀਂ ਰਿਹਾ ਹੋਏ ਹੋ ਕਿ ਪੁਲਿਸ ਨੇ ਬੁਰਾ ਸਲੂਕ ਕੀਤਾ, ਤੁਹਾਨੂੰ ਮਾਓਵਾਦੀ ਤੱਕ ਕਿਹਾ, ਤੁਹਾਡੇ ਥੱਪੜ ਵੀ ਮਾਰੇ, ਉਹ ਕਿਵੇਂ ਹੋਇਆ ਸਾਰਾ ਕੁਝ? ਪਹਿਲਾਂ ਤਾਂ ਜੀ ਮੈਂ ਦੂਜੀਆਂ ਇੰਟਰਵਿਊਆਂ ਦੇ ਵਿੱਚ ਮੈਂ ਦੱਸਿਆ ਸੀਗਾ ਵੀ ਮੈਨੂੰ ਕੁਛ ਨਹੀਂ ਕਿਹਾ, ਕਿ ਮੈਨੂੰ ਡਰ ਸੀ ਕਿ ਪਿਛਲੇ ਜਿਹੜੇ ਬੱਚੇ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਆ ਕੁਛ, ਉਹਨਾਂ ਦੇ ਨਾਲ ਕੋਈ ਨੁਕਸਾਨ ਨਾ ਹੋ ਜੇ ਸਾਡੇ, ਇਸੇ ਕਰਕੇ ਮੈਂ ਚੁੱਪ ਸੀਗਾ। ਪਰ ਇਹਨਾਂ ਨੇ ਸਾਡੇ 'ਤੇ ਅਤਿਆਚਾਰ ਕੀਤਾ। ਪੁਲਿਸ ਨੇ ਅਤਿਆਚਾਰ ਕਿਉਂ ਕੀਤਾ ਇਹ ਤਾਂ ਇਹ ਜਾਣਦੇ ਨੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀਗੇ ਵੀ ਸਾਡੀ ਕੋਈ ਜਿਹੜੀ ਕਿ ਪਿਛੋਕੜ, ਸਾਡੇ ਕੋਈ ਪਿੱਛੇ ਜਿਹੜੇ ਬੱਚੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੇ ਨਾਲ ਕੋਈ ਜਿਹੜਾ ਸਾਡੇ ਨਾਲ ਤਾਂ ਬਤੀਤ ਹੋਇਆ ਹੀ ਹੋਇਆ ਦੁਰਵਿਵਹਾਰ ਉਹਦੇ ਨਾਲ ਕੋਈ ਹੋਵੇ। ਪਰ ਸਾਨੂੰ ਜਿਹੜਾ ਤੁਸੀਂ ਪਰਚੇ ਬਾਰੇ ਪੁੱਛਿਆ ਨਾ, ਉਹ ਸਾਡੇ 'ਤੇ 26 ਤਰੀਕ ਨੂੰ ਰਾਤ ਨੂੰ ਚੱਕਿਆ ਗਿਆ ਸੀ। ਰਾਤ ਨੂੰ ਕੋਈ ਖਾਣਾ ਨਹੀਂ ਦਿੱਤਾ ਉਹਨਾਂ ਨੇ। ਦੂਜੇ ਦਿਨ ਵੀ ਸਾਨੂੰ ਕੋਈ ਚਾਹ ਨਾ ਪਾਣੀ, ਕੋਈ ਖਾਣਾ ਨਹੀਂ ਦਿੱਤਾ ਗਿਆ। ਪੱਛਮ ਬਿਹਾਰ ਦੇ ਵਿੱਚ ਦੇਰ ਰਾਤ, ਯਾਨੀ ਕਿ 3:30 ਦੇ ਆਸੇ-ਪਾਸੇ ਸਾਨੂੰ ਉਹਨਾਂ ਨੇ ਰੋਟੀ ਖਿਲਾਈ। ਉਸ ਟਾਈਮ ਤਕਰੀਬਨ ਰੋਟੀ ਖਿਲਾਉਣ ਤੋਂ ਬਾਅਦ ਸਾਡੇ 'ਤੇ ਪਰਚੇ ਕੱਟ ਦਿੱਤੇ। 27 ਤਰੀਕ ਨੂੰ ਸਾਡੇ ਦੁਪਹਿਰ 2 ਤੋਂ ਬਾਅਦ ਜਿਹੜੇ ਪਰਚੇ ਕੱਟੇ ਗਏ ਨੇ। ਨਹੀਂ, ਤੁਸੀਂ ਦੇਸ਼ ਧਰੋਹ ਜੇ ਆਪਾਂ ਕਹਿ ਦਈਏ, ਕੋਈ ਇਹੋ ਜਿਹੀ ਘਟਨਾ ਵੀ ਨਹੀਂ ਹੋਈ, ਤੁਸੀਂ ਉੱਥੇ ਚੋਰੀ ਵੀ ਨਹੀਂ ਕੀਤੀ, ਤੁਸੀਂ ਕੋਈ ਤੋੜ ਭੰਨ ਵੀ ਨਹੀਂ ਕੀਤੀ, ਪਰ ਤੁਹਾਡੇ ਨਾਲ ਇਦਾਂ ਜਿਹੜਾ ਸਲੂਕ ਕੀਤਾ ਗਿਆ, ਮਨ ਦੇ ਵਿੱਚ ਉਦੋਂ ਕੀ ਆਇਆ ਯਾਰ ਵੀ ਐਡਾ ਤਾਂ ਅਸੀਂ ਕੋਈ ਗੁਨਾਹ ਕੀਤਾ ਹੀ ਨਹੀਂਗਾ, ਵੀ ਇਹ ਇਦਾਂ ਕਿਉਂ ਕਰ ਰਹੀ ਹੈ ਪੁਲਿਸ? ਉਦੋਂ ਕੀ ਸੋਚਿਆ? ਜੇ ਅਸੀਂ ਕੋਈ ਗੁਨਾਹਗਾਰ ਹੁੰਦੇ, ਵੀਰ ਜੀ ਤੁਸੀਂ ਆਪ ਪਤਾ ਕਿ ਕੋਈ ਗੁਨਾਹਗਾਰ ਥਾਣੇ ਦੇ ਵਿੱਚ ਜਾਊ? ਨਹੀਂ ਨਾ ਜਾਂਦਾ। ਸਾਡੇ ਮਨ ਦੇ ਵਿੱਚ ਅਸੀਂ ਗੁਨਾਹਗਾਰ ਕਿਉਂ ਬਣੀਏ? ਅਸੀਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ। ਮਨ ਦੇ ਵਿੱਚ ਹੀ ਇਸ ਤਰ੍ਹਾਂ ਦੇ ਬਹੁਤ ਸ਼ਿਕਵੇ ਆਏ, ਯਾਰ ਇਹ ਕਿਹੜਾ ਕਾਨੂੰਨ ਹੈ? ਜਿਹੜੇ ਦੇਸ਼ ਦੇ ਕਾਨੂੰਨ ਤੇ ਜਿਹੜੇ ਦੇਸ਼ ਦੀ ਪੁਲਿਸ ਨੂੰ ਆਪਾਂ ਸੋਚਦੇ ਹੁੰਦੇ ਆ ਵੀ ਆਪਣੀ ਰੱਖਿਆ ਕਰੂਗੀ, ਉਹੀ ਪੁਲਿਸ ਸਾਡੇ ਨਾਲ ਐਡਾ ਦੁਰਵਿਵਹਾਰ ਕਰ ਰਹੀ ਹੈ। ਸਾਡੇ ਥੱਪੜ ਤੱਕ ਮਾਰੇ, ਸਾਨੂੰ ਭੱਦੀਆਂ ਸ਼ਬਦਾਵਲੀਆਂ, ਸਾਨੂੰ ਆਤੰਕਵਾਦੀ, ਸਾਨੂੰ ਮਾਓਵਾਦੀ, ਇੱਦਾਂ ਦੀਆਂ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਪੁਲਿਸ ਵਾਲਿਆਂ ਨੇ। ਤੇ ਇੱਕ ਦੂਜੇ ਨੂੰ ਵੇਖ ਮੁਸਕਰਾਉਂਦੇ ਸੀਗੇ, ਜਿਵੇਂ ਕਸਾਈ ਬੱਕਰੇ ਨੂੰ ਵੇਖ ਕੇ ਨਹੀਂ ਮੁਸਕਰਾਉਂਦਾ ਵੀ ਲੈ ਵੀ ਹਲਾਲ ਕਰਨ ਦੇ ਲਈ ਆ ਗਿਆ, ਚੰਗਾ ਪੈਸਾ ਵੱਟਿਆ ਜੋ। ਉਹ ਆਪਣੀਆਂ ਤਰੱਕੀਆਂ ਦੇਖ ਰਹੇ ਸੀ ਸਾਡਿਆਂ ਦੇ ਵਿੱਚੋਂ ਕੁਛ 21 ਸਾਲਾਂ ਦਾ, ਕੋਈ 22 ਸਾਲਾਂ ਦਾ। ਮੈਂ ਕਹਿ ਰਿਹਾ ਵੀ ਇਹ ਭੋਲੇ ਚਿਹਰੇ ਨਹੀਂ ਦੇਖ ਰਹੇ, ਪਰ ਉਹਨਾਂ ਨੂੰ ਆਪਣੀਆਂ ਤਰੱਕੀਆਂ ਦਿਖਦੀਆਂ ਸੀ ਸਾਡੇ ਚਿਹਰੇ ਵਿੱਚੋਂ, ਜਿਵੇਂ ਕਸਾਈ ਨੂੰ ਬੱਕਰਾ ਦਿਖਦਾ। ਤੁਹਾਡੇ ਨਾਲ ਕੋਈ ਬਜ਼ੁਰਗ ਵੀ ਸੀਗੇ ਉਦੋਂ? ਕੋਈ ਬਜ਼ੁਰਗ ਸੀਗੇ? ਕਿਉਂਕਿ ਤੁਹਾਨੂੰ ਰੱਖਿਆ ਕਿੱਥੇ ਗਿਆ? ਉਸ ਤੋਂ ਬਾਅਦ ਲੰਮਾ ਸਮਾਂ ਤੁਸੀਂ ਰਹੇ ਹੋ, ਤੁਹਾਨੂੰ ਕਿੱਥੇ ਰੱਖਿਆ ਗਿਆ? ਖਾਣ ਨੂੰ ਕੀ ਦਿੱਤਾ ਜਾਂਦਾ ਸੀ? ਕਿੱਦਾਂ ਦਾ ਮਤਲਬ ਮਾਹੌਲ ਸੀਗਾ? ਸਾਨੂੰ ਤਿਹਾੜ ਜੇਲ੍ਹ ਦੇ ਵਿੱਚ ਸਾਨੂੰ ਜੀ ਉਹਨਾਂ ਨੇ ਪਹਿਲਾਂ ਜਦੋਂ ਡਾਕਟਰੀ ਕਰਵਾ ਕੇ ਸਾਡੇ ਫਿੰਗਰ ਵਗੈਰਾ ਉਹਨਾਂ ਨੇ ਪੱਛਮ ਬਿਹਾਰ ਦੇ ਵਿੱਚ ਦਫ਼ਤਰ ਦੇ ਵਿੱਚ ਬਹਿ ਕੇ ਸੰਜੇ ਗਾਂਧੀ ਹਸਪੀਟਲ ਦੀ ਜੋ ਡਾਕਟਰੀ ਕਰਵਾ ਕੇ ਜੱਜ ਸਾਹਿਬ ਦੇ ਪੇਸ਼ ਕੀਤਾ ਗਿਆ। ਔਰ ਜੱਜ ਸਾਹਿਬ ਤੋਂ ਪਹਿਲਾਂ ਸਾਨੂੰ 4 ਕੋਰੇ ਕਾਗਜ਼ਾਂ 'ਤੇ ਸਾਡੇ ਤੋਂ ਸਾਈਨ ਕਰਵਾ ਲਏ ਗਏ, ਕਿਉਂਕਿ ਅਸੀਂ ਡਰ ਰਹੇ ਸੀ, ਬਹੁਤ ਜ਼ਿਆਦਾ ਘਬਰਾ ਚੁੱਕੇ ਸੀਗੇ। ਪਤਾ ਨਹੀਂ ਜਿਹੜੀਆਂ ਚੀਜ਼ਾਂ ਬਾਰੇ ਸੋਚਿਆ ਨਹੀਂ ਸਾਡੇ ਨਾਲ, ਉਹ ਚੀਜ਼ਾਂ ਹੋ ਰਹੀਆਂ ਸੀ। ਸਾਈਨ ਕਰਵਾ ਕੇ ਉਸ ਤੋਂ ਬਾਅਦ ਸਾਨੂੰ ਤਿਹਾੜ ਜੇਲ੍ਹ, ਮੈਨੂੰ ਮੇਰੇ ਸਾਥੀ ਸੀਗੇ, ਜਿਹੜੇ ਮੁੰਡਾ ਲੱਖਾ ਸੀਗਾ ਜਾਂ ਸਿਮਰਾਜ ਸੀਗਾ, ਉਹਨਾਂ ਨੂੰ ਅਲੱਗ-ਅਲੱਗ ਜੇਲ੍ਹਾਂ ਦੇ ਵਿੱਚ ਸ਼ਿਫਟ ਕਰ ਦਿੱਤਾ। ਮੈਨੂੰ ਤਿਹਾੜ ਜੇਲ੍ਹ ਦੇ ਨੰਬਰ 2 ਦੇ ਵਿੱਚ, ਵਾਰਡ ਨੰਬਰ 3 ਦੇ ਵਿੱਚ ਮੇਰਾ ਖਿਆਲ ਆ ਵੀ
ਬੈਰਕ ਨੰਬਰ 16 ਦੇ ਵਿੱਚ ਰੱਖਿਆ ਗਿਆ, ਜਿਹਦੇ ਵਿੱਚ ਮੇਰੇ ਚਾਰ ਸਾਥੀ ਸਨ, ਜਿਹਦੇ ਵਿੱਚੋਂ ਜਸਵਿੰਦਰ ਸਿੰਘ ਜਟਾਣਾ ਕਲਾਂ, ਉਹਦੇ ਨਾਲ ਲਵਪ੍ਰੀਤ, ਉਹਦੇ ਨਾਲ ਪ੍ਰਦੀਪ ਮੁੰਡਾ ਸੀ ਇੱਕ, ਪ੍ਰਦੀਪ ਬਾਸੀਪੁਰ ਜਗਰਾਉਂ ਲੈਦਾ, ਤੇ ਮੈਂ ਜਸਵਿੰਦਰ ਆਸਾ ਬੁੱਟਰ। ਉਹਨਾਂ ਨੂੰ ਕਿੱਥੋਂ ਗ੍ਰਿਫਤਾਰ ਕੀਤਾ, ਕਿਉਂਕਿ ਸਾਥੀ ਬਣ ਗਏ ਸੀ, ਗੱਲਬਾਤ ਵੀ ਤੁਸੀਂ ਰੋਜ਼ਾਨਾ ਉਹਨਾਂ ਨਾਲ ਹੁੰਦੀ, ਉਹਨਾਂ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਸੀ ਉਹਨਾਂ ਸਾਥੀਆਂ ਨੂੰ? ਉਹਨਾਂ ਸਾਥੀਆਂ ਨੂੰ ਜਿਹੜੇ ਜੇਲ੍ਹ ਦੇ ਵਿੱਚੋਂ ਪਤਾ ਲੱਗਿਆ ਵੀ ਬਾਸੀਪੁਰੀ ਪ੍ਰਦੀਪ ਤਾਂ ਸਾਡੇ ਨਾਲ ਹੀ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਨੂੰ ਇੱਕ ਮੁੰਡਾ ਜਸਵਿੰਦਰ ਸੀ ਜਟਾਣੇ ਕਲਾਂ ਤੋਂ, ਉਹਦੇ ਨਾਲ ਲਵਪ੍ਰੀਤ ਸੀ, ਉਹ ਛੋਟੀ ਉਮਰਾਂ ਦੇ ਬੱਚੇ ਸੀ। ਉਹ ਕਹਿੰਦੇ ਅਸੀਂ ਮੋਟਰਸਾਈਕਲ ਲੈ ਕੇ ਜਾ ਰਹੇ ਸੀ, ਸਾਨੂੰ ਉਹਦੇ ਰੁਕੋ ਅਸੀਂ ਕਾਗਜ਼ ਚੈੱਕ ਕਰਵਾਉਣ ਦੇ ਲਈ ਰੁਕੇ, ਉਹਨਾਂ ਨੂੰ ਫੜ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਦਿੱਤਾ। ਕਿਹੜੇ ਪਤਾ ਨਹੀਂ ਮੇਰੇ ਦਿਮਾਗ ਦੇ ਵਿੱਚ ਨਿਕਲ ਪਈ ਆ ਵੀ ਕਿਹੜੇ ਥਾਣੇ ਦੇ ਵਿੱਚ ਸੀ ਉਹਨਾਂ ਦੀ ਰਿਪੋਰਟ। ਇੱਦਾਂ ਹੋਈਆਂ। ਕੁਛ ਬਜ਼ੁਰਗ ਵੀ ਸਨ, ਕੁਛ 30 ਤਰੀਕ ਨੂੰ ਵੀ ਕੁਛ ਜਿਵੇਂ ਬਰਾੜੀ ਕਾਂਡ, ਬਰਾੜੀ ਦੇ ਵਿੱਚੋਂ ਕੁਛ ਮਤਲਬ ਮੈਦਾਨ ਦੇ ਵਿੱਚ ਬੈਠੇ ਲੰਗਰ ਪਕਾ ਰਹੇ ਕੁਝ ਕਿਸਾਨ, ਜਿਹੜੇ ਜਿਨ੍ਹਾਂ ਦੇ ਵਿੱਚੋਂ ਬਲਵਿੰਦਰ ਸਿੰਘ ਸੀ, ਇੱਕ ਦਾ ਨਾਂ ਗੁਰਦਿਆਲ ਸਿੰਘ ਸੀ ਮੇਰਾ ਖਿਆਲ ਆ, ਬਾਬਾ ਗੁਰਮੁਖ ਸਿੰਘ ਜੀ ਜਿਹੜੇ ਬਜ਼ੁਰਗ ਸੀ, ਇੱਕ ਫਰੀਡਮ ਫਾਈਟਰ ਸੀ, ਉਹ ਵੀ ਜਿਹੜੇ ਉਹਨਾਂ ਨੇ 30 ਤਰੀਕ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਵੀ ਪਰਚੇ ਪਾ ਕੇ ਜੇਲ੍ਹ 'ਚ ਸੁੱਟੇ ਸਨ। ਜਦੋਂ ਤੁਹਾਨੂੰ ਰਿਪੋਰਟ ਦਰਜ ਕਰਾਉਣ ਪਹੁੰਚੇ, ਤੁਹਾਨੂੰ ਉੱਥੇ ਗ੍ਰਿਫਤਾਰ ਕੀਤਾ ਗਿਆ, ਘਰੇ ਕਿਵੇਂ ਤੁਸੀਂ ਖਬਰ ਦਿੱਤੀ? ਕਿ ਕਿਸੇ ਅਫਸਰ ਨੇ ਤੁਹਾਡੀ ਮਦਦ ਕੀਤੀ, ਕਿ ਕਿਸੇ ਪੁਲਿਸ ਵਾਲੇ ਨੇ ਤੁਹਾਡੀ ਮਦਦ ਕੀਤੀ, ਕਿ ਘਰੇ ਗੱਲਬਾਤ ਕਰ ਲਓ ਇੱਕ ਵਾਰੀ? ਜੱਜ ਸਾਹਿਬ ਨੇ ਸਾਨੂੰ, ਜਿਹੜਾ ਜੱਜ ਸਾਹਿਬ ਦੇ ਪੇਸ਼ ਕੀਤਾ ਗਿਆ ਸੀ, ਬੜੇ ਠੰਡੇ ਸੁਭਾਅ ਦੇ ਨਾਲ, ਨਿੱਘੇ ਸੁਭਾਅ ਦੇ, ਬੇਟਾ ਤੁਹਾਡੇ ਗੱਲਬਾਤ ਕਰਵਾਈ ਕਰੇ? ਅਸੀਂ ਆਖਿਆ ਜੀ ਨਹੀਂ, ਬਿਲਕੁਲ ਨਹੀਂ ਕਰਵਾਈ, ਸਾਡੇ ਤਾਂ ਅਸੀਂ ਤਾਂ ਡਰ ਰਹੇ ਹਾਂ ਵੀ ਸਾਨੂੰ ਤਾਂ ਇਹ ਦੇਖ ਇੱਦਾਂ, ਯਾਨੀ ਕਿ ਜਿਹੜੇ ਕਾਨੂੰਨ 'ਤੇ ਭਰੋਸਾ ਹੋਵੇ ਨਾ, ਉਹੀ ਕਾਨੂੰਨ ਕਿਸੇ ਦੇ ਲਈ ਘਾਤਕ ਬਣਦਾ ਸਿੱਧ ਹੋਵੇ, ਤੇ ਕੀ ਲੱਗੂਗਾ ਉਹਨੂੰ? ਸਾਨੂੰ ਤਾਂ ਇੱਦਾਂ ਲੱਗ ਰਿਹਾ ਵੀ ਸਾਡੀ ਦੁਸ਼ਮਣ ਬਣ ਚੁੱਕੀ ਹੈ ਦਿੱਲੀ ਇਸ ਵਕਤ, ਕਿਸਾਨਾਂ ਦੀ ਦੁਸ਼ਮਣ, ਕਿਉਂਕਿ ਅਸੀਂ ਕੋਈ ਜ਼ੁਲਮ ਨਹੀਂ ਕੀਤਾ, ਕੋਈ ਭੰਨ ਤੋੜ ਤਾਂ ਦੂਰ ਦੀ ਗੱਲ, ਅਸੀਂ ਸਾਡੇ ਹੱਥ ਦੇ ਵਿੱਚ ਕੋਈ ਹਥਿਆਰ ਜਿਵੇਂ ਡੰਡਾ ਜਾਂ ਕੋਈ ਡੰਡਾ ਤਾਂ ਦੂਰ ਦੀ ਗੱਲ, ਵੀ ਐਡੀ ਕੋਈ ਰੋੜੀ ਵੀ ਸਾਡੇ ਹੱਥ ਦੇ ਵਿੱਚ ਹੋਵੇ ਨਾ, ਅਸੀਂ ਦੇਣਦਾਰ ਹਾਂ, ਅਸੀਂ ਕਾਨੂੰਨ ਦੇ ਗੁਨਾਹਗਾਰ ਹਾਂ। ਜੇ ਅਸੀਂ ਕੋਈ ਇਸ ਤਰ੍ਹਾਂ ਦਾ ਕੋਈ ਜ਼ੁਲਮ ਕੀਤਾ, ਸਾਡੀ ਇੱਕ ਕਲਿੱਪ ਦਿਖਾ ਦਿਓ ਵੀ ਆ ਤੁਸੀਂ ਭੰਨ ਤੋੜ ਕੇ ਯਾਨੀ ਕਰ ਰਹੇ ਹੋ, ਆ ਕਿਸੇ ਦਾ ਨੁਕਸਾਨ ਮਾਰਿਓ, ਤੁਹਾਡੇ ਹੱਥ 'ਚ ਆ ਚੀਜ਼ ਹੈ। ਸਾਨੂੰ ਜਿਹੜੀ ਕਾਨੂੰਨ ਦੇ ਉੱਤੇ ਵਿਸ਼ਵਾਸ ਹੋਵੇ, ਕਾਨੂੰਨ ਸਾਡੇ ਨਾਲ ਨਾ ਇਨਸਾਫੀ ਕਰੇ, ਤੇ ਡਰ ਲੱਗਦਾ ਹੈ। ਪਰ ਜੱਜ ਸਾਹਿਬ ਨੂੰ ਇਹ ਗੱਲ ਦੱਸੀ ਅਸੀਂ ਵੀ ਸਾਨੂੰ ਜੀ ਡਰ ਲੱਗਦਾ। ਉਹਨਾਂ ਨੇ ਕਿਹਾ ਵੀ ਚਲੋ ਵੀ ਫੋਨ 'ਤੇ ਗੱਲ ਕਰਵਾਓ। ਉਸ ਤੋਂ ਬਾਅਦ ਅਸੀਂ ਮੈਂ ਮਿਸੋ ਜੀ ਨੂੰ ਘਰੇ ਜਾ ਕੇ ਦੱਸਿਆ ਵੀ ਜਿਹੜੇ ਠੰਡੇ ਸੁਭਾਅ ਦੇ ਨਾਲ, ਨਿੱਘੇ ਸੁਭਾਅ ਨਾਲ ਬੈਠ ਜਾ, ਪਾਣੀ ਦਾ ਘੁੱਟ ਪੀ ਲੈ, ਤੇ ਤੈਨੂੰ ਇੱਕ ਗੱਲ ਦੱਸਣ ਲੱਗਿਆ ਦੀ ਮੈਂ 2 ਦਿਨ ਹੋ ਗਏ ਮੈਂ ਰੋਈ ਜਾਂਦੀ ਹਾਂ ਵੀ ਪਤਾ ਨਹੀਂ ਕੀ ਬਣਿਆ, ਲਾਲ ਕਿਲ੍ਹੇ ਦੇ ਵਿੱਚ ਐਡਾ ਕਾਂਡ ਹੋ ਗਿਆ। ਮੈਂ ਕਿਹਾ ਕੁਛ ਕਾਂਡ ਨਹੀਂ ਹੋਇਆਗਾ ਉੱਥੇ, ਕੁਛ ਨਹੀਂ ਹੈ। ਮੀਡੀਆ ਤੇ ਫਿਰ ਗੱਲ ਫੈਲਾ ਰਿਹਾ ਵੀ ਵਰਲਡ ਲੈਵਲ ਦੇ ਉੱਤੇ ਬਦਨਾਮ ਕਰਨ ਦੀ ਕੋਸ਼ਿਸ਼ ਹੈ ਸਾਡੇ ਇਸ ਅੰਦੋਲਨ ਨੂੰ, ਕੁਛ ਨਹੀਂ ਹੋਇਆ ਇੱਦਾਂ ਦਾ, ਬਟ ਤੂੰ ਪਾਣੀ ਪੀ। ਫਿਰ ਉਸ ਤੋਂ ਬਾਅਦ ਮੈਂ ਕਿਹਾ ਜੀ ਮੈਨੂੰ ਗ੍ਰਿਫਤਾਰ ਕਰ ਲਿਆ ਤੇ ਹਾਰਡ ਜੇਲ੍ਹ ਦੇ ਵਿੱਚ ਆ, ਕੋਈ ਜ਼ਮਾਨਤ ਵਗੈਰਾ ਦਾ ਜੇ ਕੁਛ ਹੁੰਦਾ ਤੇ ਬੰਦੋਬਸਤ ਕਰ ਸਕਦੀ ਹੈ ਤੇ ਕਰ ਲਾ। ਤੇ ਸਾਨੂੰ ਧਾਰਾਵਾਂ ਦਾ, ਜਦੋਂ ਅਸੀਂ ਜੇਲ੍ਹ ਦੇ ਵਿੱਚ ਐਂਟਰ ਹੋ ਗਏ, ਉਸ ਤੋਂ ਬਾਅਦ ਲੱਗੇ ਤੁਸੀਂ ਤਾਂ ਦੇਸ਼ ਧਰੋਹ ਦੀਆਂ ਧਾਰਾਂ ਲੱਗੀਆਂ ਨੇ, 14 ਸਾਡੇ ਤੇ ਧਾਰਾ, ਬਿਨਾਂ ਗੱਲੋਂ ਸਾਨੂੰ ਪਾਣੀ ਦੀ ਧਾਰਾ ਦਾ ਤਾਂ ਪਤਾ ਸੀ ਵਹਿੰਦੀ ਆ, ਆਹ ਧਾਰਾਂ ਦਾ ਪਹਿਲੀ ਵਾਰ ਪਤਾ ਲੱਗਿਆ ਵੀ 12-14 ਧਾਰਾਂ ਬਿਨਾਂ ਕਿਸੇ ਕਸੂਰ ਤੋਂ ਲੱਗ ਸਕਦੀਆਂ ਨੇ। ਉਸ ਤੋਂ ਬਾਅਦ ਕਿਸ ਤਰੀਕੇ ਨਾਲ, ਕਿਹੜੀ ਸੰਸਥਾ ਨੇ ਤੁਹਾਡੀ ਮਦਦ ਕੀਤੀ? ਹਲਕੇ ਦੀ ਗੱਲ ਕਰੀਏ, ਹਲਕੇ ਦੇ ਵਿੱਚੋਂ ਕਿਹੜੇ ਲੋਕਾਂ ਨੇ ਤੁਹਾਡੀ ਮਦਦ ਕੀਤੀ ਤੁਹਾਡੀ ਜਿਹੜੀ ਹੈ ਰਿਹਾਈ ਕਰਾਉਣ ਦੇ ਲਈ? ਮੇਰੀ ਦੇਖੋ ਜੀ, ਅਸੀਂ ਪਹਿਲਾਂ ਤਾਂ ਸਾਰੇ ਨਗਰਾਂ ਦੇ ਇਲਾਕੇ ਨਿਵਾਸੀਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ, ਹੈ ਨਾ, ਪਿੰਡ ਦੇ ਵਿੱਚ ਅਰਦਾਸ ਕੀਤੀ ਇੱਕ ਤਰ੍ਹਾਂ ਦੀ ਜਾ ਕੇ ਉਹਨਾਂ ਨੇ ਵੀ ਜਸਵਿੰਦਰ ਆਸਾ ਬੁੱਟਰ ਜਿਹੜਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਰਿਹਾ ਹੋ ਜਾਵੇ। ਪਰ ਉਸ ਤੋਂ ਬਾਅਦ ਮੈਂ ਧੰਨਵਾਦ ਕਰਨਾ ਚਾਹਾਂਗਾ ਸਰਦਾਰ ਗੁਰਦਰਸ਼ਨ ਸਿੰਘ ਜੀ ਢਿੱਲੋਂ, ਜਿਨ੍ਹਾਂ ਨੇ ਮੇਰੀ ਜ਼ਮਾਨਤ ਉਸ ਵਕਤ, ਕਿਉਂਕਿ ਦਿੱਲੀ ਦੇ ਵਿੱਚ ਮੈਨੂੰ ਕੋਈ ਪਹਿਚਾਣ ਨਹੀਂ ਸੀ, ਛੋਟਾ ਵੀਰ ਰਾਜਨ ਹੈ ਔਲਖ ਪਿੰਡ ਤੋਂ, ਉਹਨਾਂ ਦੇ ਜ਼ਰੀਏ ਉਹਨਾਂ ਨਾਲ ਪਹਿਚਾਣ ਬਣੀ, ਰਾਜਨ ਦੇ ਨਾਲ ਦੋਸਤੀ ਸੀ। ਉਹਨਾਂ ਨੇ ਮੇਰੀ ਵਾਈਫ ਨੂੰ ਫੋਨ ਕਰਕੇ ਨੰਬਰ ਦਿੱਤਾ। ਗੁਰਦਰਸ਼ਨ ਸਿੰਘ ਜੀ ਢਿੱਲੋਂ, ਭੁਪਿੰਦਰ ਸਿੰਘ ਜੀ ਭੁੱਲਰ ਸਾਹਿਬ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦਾ ਖਾਸ ਤੌਰ 'ਤੇ ਜਿਹੜੇ ਵਕੀਲਾਂ ਦਾ ਪੈਨਲ, ਕਾਲੋਂ ਸਾਹਿਬ ਨੇ, ਜਸਵਿੰਦਰ ਜੀ ਰਾਏ ਨੇ, ਹਰਪ੍ਰੀਤ ਰਾਏ ਜੀ ਵਕੀਲ ਨੇ, ਐਡਵੋਕੇਟ, ਹਜੇ ਤੱਕ ਮੈਨੂੰ ਨਾਂ ਦਾ ਨਹੀਂ ਪਤਾ, ਮੈਂ ਧੰਨਵਾਦ ਕਰਨਾ ਚਾਹਾਂਗਾ ਪੂਰੀ ਦੀ ਪੂਰੀ ਯੰਗ ਐਡਵੋਕੇਟਸ ਟੀਮ ਦਾ, ਮਨਜਿੰਦਰ ਸਿੰਘ ਜੀ ਸਰਸਾ ਸਾਹਿਬ, ਕਾਲਕਾ ਸਾਹਿਬ, ਇਹਨਾਂ ਦੇ ਟੀਮ ਦਾ। ਇੱਥੇ ਮੇਰੇ ਘਰ ਦੇ ਵਿੱਚ ਆ ਕੇ ਹਲਕਾ ਗਿੱਦੜਬਾਹਾ ਤੋਂ ਡਿੰਪੀ ਜੀ, ਅਵੇ ਜੀ, ਇਹਨਾਂ ਨੇ ਨਾ ਕਿ ਲੈਂਦੇ ਮੇਰੀ ਜ਼ੋਰ ਲਾ ਕੇ ਉੱਥੇ ਜ਼ਮਾਨਤ ਕਰਵਾਈ। ਉਸ ਤੋਂ ਬਾਅਦ ਜਿਹੜਾ ਮੈਂ ਰਿਹਾ ਹੋ ਕੇ ਆਇਆ ਵਾਪਸ। ਜੇ ਗੱਲ ਕਰੀਏ ਸੰਯੁਕਤ ਕਿਸਾਨ ਮੋਰਚਾ ਜਾਂ ਕਿਸਾਨ ਦੀਆਂ ਜਥੇਬੰਦੀਆਂ, ਜਿਹੜੀਆਂ ਕਿਸੇ ਨੇ ਕੋਈ ਮਦਦ ਕੀਤੀ ਤੁਹਾਡੀ? ਨਹੀਂ ਜੀ, ਹਾਲੇ ਤੱਕ ਤਾਂ ਕੋਈ ਮਦਦ ਨਹੀਂ ਹੋਈ ਕਿਸੇ ਤਰ੍ਹਾਂ ਦੀ। ਪਰ ਕਿਸਾਨ ਜਥੇਬੰਦੀਆਂ, ਤੁਹਾਨੂੰ ਪਤਾ ਹੀ ਹੈ ਵੀ ਐਡਾ ਵੱਡਾ ਵਿੱਢੀ ਬੈਠਿਆ, ਕਿੱਡਾ ਜੰਗੀ ਪੱਧਰ ਦਾ ਕਾਨੂੰਨੀ ਲੜਾਈ, ਉਹ ਜਿਹੜੀ ਇੱਕ ਤਰ੍ਹਾਂ ਦਾ ਅੰਦੋਲਨ ਕਰ ਰਹੇ ਨੇ, ਉਹ ਆਪਣੇ ਜਗ੍ਹਾ ਦੇ ਉੱਤੇ ਨੇ। ਫਿਲਹਾਲ ਜਥੇਬੰਦੀ ਨੂੰ ਕੋਈ ਮੇਰਾ ਟਾਈਮ ਹੀ ਨਹੀਂ ਲੱਗਿਆ ਹੋਣਾ। ਕਿਸਾਨ ਮੋਰਚੇ ਦਾ ਐਡਾ ਵੱਡਾ ਕੰਮ ਹੈ, ਕੋਈ ਚੱਕਰ ਨਹੀਂ, ਗੁਰੂ ਮਹਾਰਾਜ ਅਸੀਂ ਜਿੱਤ ਕੇ ਆਈਏ ਤੇ ਮਾਣ ਸਨਮਾਨ ਹੀ ਹੁੰਦੇ ਰਹਿਣਗੇ, ਮੱਦਾਂ ਹੁੰਦੀਆਂ ਰਹਿਣਗੀਆਂ। ਜਦੋਂ ਤੁਸੀਂ ਰਿਹਾ ਹੋਏ, ਉਦੋਂ ਇੱਕ ਵੀਡੀਓ ਕਲਿੱਪ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋਈ ਹੈ, ਤੁਸੀਂ ਇੱਕ ਬਿਆਨ ਵੀ ਦਿੱਤਾ ਸੀ ਕਿ
ਉਹ ਬਿਆਨ ਕੀ ਸੀ? ਬਹੁਤ ਜ਼ਿਆਦਾ ਲੋਕਾਂ 'ਚ ਚਰਚਾ ਵੀ ਹੋਈ ਉਸ ਚੀਜ਼ ਦੀ। ਮੈਂ ਜੀ ਇੱਕ ਜਦੋਂ ਮੈਂ ਜੇਲ੍ਹ ਦੇ ਵਿੱਚੋਂ ਅੰਦਰ ਆਇਆ, ਮੈਨੂੰ ਪਤਾ ਵੀ ਮੈਂ ਕੋਈ ਜੁਰਮ ਨਹੀਂ ਕੀਤਾ। ਮੈਨੂੰ ਪਤਾ ਕਿ ਮੈਂ ਕਿਸਾਨੀ ਅੰਦੋਲਨ ਦੇ ਵਿੱਚ ਸੀਗਾ, ਕਿਸਾਨ ਦਾ ਪੁੱਤ ਹਾਂ ਤੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਹਾਂ। ਜਦੋਂ ਮੈਂ ਕੋਈ ਜ਼ੁਲਮ ਹੀ ਨਹੀਂ ਕੀਤਾ, ਮੈਂ ਡਰ ਕੇ ਕਿਉਂ ਆਵਾਂ? ਮੈਂ ਨਾਅਰੇ ਲਾ ਰਿਹਾ ਸੀ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਬਾਹਰ ਆ ਕੇ ਬਿਆਨ ਦਿੱਤਾ ਸੀ। ਕੱਲ੍ਹ ਨੂੰ, ਅੱਜ ਤਾਂ ਛੱਡੋ, ਜੇ ਕੱਲ੍ਹ ਨੂੰ ਕਿ 20 ਸਾਲਾਂ ਬਾਅਦ ਵੀ ਮੇਰੇ 'ਚ ਜੁਰਮ ਬਾਰੇ ਕੋਈ ਸਾਬਤ ਕਰ ਦੇ, ਮੈਂ ਆਪਦੇ ਗੋਲੀ ਮਾਰ ਲੂੰ, ਮੈਂ ਆਪਦੇ ਪਰਿਵਾਰ ਦੇ ਗੋਲੀ ਮਾਰ ਲੂੰ, ਮੈਂ ਆਪਣੇ ਆਪ ਨੂੰ ਸਜ਼ਾ ਖੁਦ ਦੇ ਦੂੰਗਾ ਜੇ ਕੋਈ ਇਹ ਜ਼ੁਲਮ ਦੇ ਵਿੱਚ ਮੈਂ ਭਾਗੀਦਾਰ ਹੋਵਾਂ ਤਾਂ। ਕਿਉਂਕਿ ਮੈਨੂੰ ਪਤਾ ਨਾ, ਮੇਰੇ ਆਪ ਦੇ ਵਿੱਚ ਮੈਨੂੰ ਤਾਂ, ਸਾਨੂੰ ਤਾਂ ਬੱਕਰੇ ਵਾਂਗੂ ਹਲਾਲ ਕੀਤਾ ਯਾਰ। ਇੱਕ ਰਿਪੋਰਟ ਲਿਖਾਉਣਗੇ ਬੰਦਿਆਂ ਨੂੰ, ਜਦੋਂ ਥਾਣੇ ਦੇ ਵਿੱਚ ਪੜ੍ਹ ਕੇ ਉਹਨਾਂ ਦੇ ਪਰਚੇ ਕੱਟ ਦਿੱਤੇ ਜਾਣ। ਤੁਹਾਨੂੰ ਵੀ ਪਤਾ, ਸਾਨੂੰ ਆਪਦੇ ਆਪ 'ਤੇ ਵਿਸ਼ਵਾਸ ਹੈ ਵੀ ਅਸੀਂ ਕਿਸ ਤਰ੍ਹਾਂ ਦੇਸ਼ ਦੇ ਖਿਲਾਫ, ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਯੋਗਦਾਨ ਪਾ ਸਕਦੇ ਹਾਂ। ਦੇਸ਼ ਦੇ ਖਿਲਾਫ ਤਾਂ ਅਸੀਂ ਦੇਸ਼ ਦੇ ਖਿਲਾਫ ਚੱਲਣ ਵਾਲਿਆਂ ਨੂੰ ਨਹੀਂ ਬਖਸ਼ਦੇ ਵੀ ਉਹਨਾਂ ਦੇ ਵੀ, ਉਹਨਾਂ ਨੂੰ ਕਹਾਂ ਭਾਈ ਤੁਸੀਂ ਨਾ ਕਿ ਲੈਂਦੇ, ਤੂੰ ਇੱਦਾਂ ਦੇ ਦੇਸ਼ ਦਾ ਨੁਕਸਾਨ ਕਰਦੇ ਹੋ। ਸਾਡੇ ਉਹ ਭਾਈਵਾਲ ਨਹੀਂ, ਅਸੀਂ ਦੇਸ਼ ਦੀ ਤਰੱਕੀ ਵਾਲਿਆਂ ਦੇ ਭਾਈਵਾਲ ਹਾਂ। ਅਸੀਂ ਕਿੱਦਾਂ ਦੇਸ਼ ਦੇ ਬਾਰੇ ਮਾੜਾ ਸੋਚ ਲਾਂਗੇ? ਪਰ ਇਹਨਾਂ ਬੰਦਿਆਂ ਨੇ ਸਾਡੇ ਦੇ ਪਰਚੇ ਪਾ ਕੇ ਬਿਨਾਂ ਗੱਲ, ਉਸੇ ਚੀਜ਼ ਨੂੰ ਉਤਸ਼ਾਹਤ ਹੀ ਪੂਰੇ ਅਸੀਂ ਵੀ ਅਸੀਂ ਬਿਆਨ, ਇਹੀ ਬਿਆਨ ਸੀ ਮੇਰਾ ਵੀ ਮੈਂ ਖੁਦ ਦੇ ਗੋਲੀ ਮਾਰ ਲੂੰਗਾ। ਮੈਂ ਇਹ ਗੱਲ ਸੱਚੀ ਹੈ। ਜੇ ਗੱਲ ਕਰੀਏ, ਨੌਜਵਾਨ ਵੱਡੀ ਗਿਣਤੀ ਵਿੱਚ ਪਹੁੰਚੇ ਸੀ 26 ਤਰੀਕ ਨੂੰ, ਪਰ ਜਸਵਿੰਦਰ ਸਿੰਘ ਆਸਾ ਬੁੱਟਰ ਉਹ ਨੌਜਵਾਨ ਹੈ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਪਰ ਜ਼ਮੀਰ ਹੈਗਾ। ਬਾਈ ਨਾਲ ਗੱਲਬਾਤ ਕਰਦੇ ਹਾਂ। ਬਾਈ, ਜਦੋਂ ਤੁਹਾਡੇ ਕੋਲੇ ਜ਼ਮੀਨ ਹੈ ਨਹੀਂ, ਆਪਾਂ ਜ਼ਮੀਰ ਦੀ ਗੱਲ ਕਰਦੇ ਹਾਂ, ਹੌਸਲਾ ਕਿੱਥੋਂ ਆਇਆ ਕਿ ਅੰਦੋਲਨ ਵਿੱਚ ਮੈਂ ਪਹੁੰਚਾਂ, ਹਿੱਸਾ ਲਵਾਂ? ਕਿਉਂਕਿ ਇਹ ਜ਼ਮੀਨਾਂ ਦੀ ਲੜਾਈ ਹੈ, ਕਿਉਂਕਿ ਆਮ ਤੌਰ 'ਤੇ ਉੱਥੇ ਦੇਖਿਆ ਜਾਵੇ ਵੱਡੀ ਗਿਣਤੀ ਵਿੱਚ ਕਿਸਾਨ ਬੈਠੇ ਆ, ਪਰ ਤੁਹਾਡੇ ਕੋਲੇ ਜਜ਼ਬਾ ਕਿੱਥੋਂ ਆਇਆ? ਜਜ਼ਬਾ ਜੀ ਦੇਖੋ, ਮੈਂ ਕਬੱਡੀ ਦੀ ਕਮੈਂਟਰੀ ਕਰਦਾ, ਟੂਰਨਾਮੈਂਟਾਂ ਤੇ ਜਾਂਦਾ। ਮੈਨੂੰ ਪਤਾ ਹੈ ਵੀ ਜੇ ਟੂਰਨਾਮੈਂਟ ਤਾਂ ਹੋਣਗੇ ਜੇ ਕਿਸਾਨਾਂ ਦੀ ਫਸਲ ਹੋਊਗੀ। ਜੇ ਕਿਸਾਨਾਂ ਦੀ ਫਸਲ ਹੋਊਗੀ, ਆਪਣਾ ਦਸਵੰਧ ਕੱਢ ਕੇ ਖੇਡ ਮੇਲੇ ਕਰਵਾਉਣਗੇ, ਤਾਂ ਜਾ ਕੇ ਕਿਤੇ ਮੇਰੇ ਘਰ ਦਾ ਰੋਜ਼ਗਾਰ ਚੱਲਣਾ। ਤੇ ਮੈਨੂੰ ਇਹ ਪਤਾ ਵੀ ਜੇ ਕਿਤੇ ਉਹ ਫਸਲਾਂ ਦੇ ਉੱਤੇ ਡਾਕਾ ਪੈ ਗਿਆ ਤੇ ਕਿਹੜੇ ਟੂਰਨਾਮੈਂਟ, ਕਿਹੜੇ ਮੇਲੇ ਬਾਈ, ਤੇ ਸਾਡੇ ਘਰ ਦਾ ਰੋਜ਼ਗਾਰ ਬੰਦ ਹੋ ਜਾਣਾ। ਸੋ ਇਸੇ ਕਰਕੇ ਸੋਚਣਾ ਪੈਣਾ ਸਾਰਿਆਂ ਨੂੰ। ਮੇਰੇ ਵਿੱਚ ਇਸੇ ਤਰ੍ਹਾਂ ਦਾ ਜਜ਼ਬਾ, ਮੈਂ ਸਰਦਾਰ ਚੂੜ ਸਿੰਘ ਜੀ, ਮੇਰਾ ਪਿਛਲਾ ਪਿੰਡ ਆ ਜਿਹੜਾ ਹਮੀਰਗੜ੍ਹ, ਭਗਤੇ ਭਾਈ ਦੇ ਨਾਲ, ਉੱਥੋਂ ਦੇ ਮੇਰੇ ਦਾਦਾ ਜੀ ਸੁਤੰਤਰਤਾ ਸੰਗਰਾਮੀ ਸਨ। ਉਦੋਂ ਦੇਸ਼ ਦੀ ਆਜ਼ਾਦੀ ਦੇ ਵਿੱਚ ਵੀ ਉਹਨਾਂ ਦਾ ਥੋੜ੍ਹਾ ਬਹੁਤਾ ਯੋਗਦਾਨ ਜਿਹੜਾ ਸੀਗਾ, ਮੈਂ ਉਹਦੇ ਦਾਦਾ ਜੀ ਤੋਂ ਪ੍ਰੇਰਿਤ ਸੀ, ਆਪਦੀਆਂ ਗੱਲਾਂ ਤੋਂ ਪ੍ਰੇਰਿਤ ਸੀਗਾ। ਪਰ ਫਿਲਹਾਲ ਉਹੀ ਤਰ੍ਹਾਂ ਦੀਆਂ ਜਜ਼ਬਾਤ ਜਿਹੜੇ ਸੀਗੇ, ਨਿੱਕੇ ਨਿੱਕੇ ਕਹਾਣੀਆਂ ਮਨਾਂ ਦੇ ਵਿੱਚ, ਭਾਵੇਂ ਗਰੀਬੀ ਸੀਗੀ ਪਰ ਕਿਤੇ ਨਾ ਕਿਤੇ ਤਾਂ ਕਿਸਾਨੀ ਮਨ ਦੇ ਵਿੱਚ ਵਸੀ ਹੈ ਨਾ। ਕਿਸਾਨੀ ਬਾਰੇ ਪਤਾ ਹੈ ਵੀ ਜੇ ਰੋਟੀ ਹੈ ਜਿਹੜੀ, ਤੁਸੀਂ ਆਪ ਦੇਖੋ ਵੀ ਗੂਗਲ 'ਤੇ ਡਾਊਨਲੋਡ ਨਹੀਂ ਹੁੰਦੀ, ਰੋਟੀ ਨੂੰ ਟਵਿੱਟਰ ਦੇ ਉੱਤੇ ਇੱਕ ਦੂਜਾ ਨਹੀਂ ਪਕਾਇਆ ਜਾ ਸਕਦਾ, ਰੋਟੀ ਨੂੰ ਜਿਹੜਾ ਵਟਸਐਪ ਦੇ ਉੱਤੇ ਨਹੀਂ ਪਰੋਸਿਆ ਜਾ ਸਕਦਾ। ਰੋਟੀ ਤਾਂ ਸਿਰਫ ਕਿਸਾਨ ਦੇ ਖੇਤ ਦੇ ਵਿੱਚ ਹੁੰਦੀ ਹੋਈ ਹੀ ਆਵੇਗੀ ਹੱਥਾਂ ਦੇ ਵਿੱਚ। ਇਸੇ ਕਰਕੇ ਰੋਟੀ ਦਾ ਮਸਲਾ ਬਾਈ, ਰੋਟੀ ਦਾ ਮਸਲਾ ਜਿਹੜਾ ਸਮਝ ਗਿਆ ਵੀ ਮੇਰੀ ਰੋਟੀ ਹੈ, ਉਹਨੂੰ ਹਰ ਇੱਕ ਨੂੰ ਅੰਦੋਲਨ ਦੇ ਵਿੱਚ ਮੇਰੀ ਜ਼ਮੀਰ ਹੈਗੀ ਆ ਵੀ ਮੈਂ ਆਪਣੀ ਰੋਟੀ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂ। ਮੈਂ ਆਪਣੀ ਥਾਲੀ ਦੀ ਰੋਟੀ ਬਚਾ ਰਿਹਾ। ਲੰਮੇ ਸਮੇਂ ਤੋਂ ਤੁਸੀਂ ਕਬੱਡੀ ਦੀ ਸੇਵਾ ਕਰ ਰਹੇ ਹੋ, ਲੰਮੇ ਸਮੇਂ ਤੋਂ ਤੁਹਾਡਾ ਯੋਗਦਾਨ ਆ ਜਿਹੜਾ ਉਹ ਭੁਲਾਇਆ ਨਹੀਂ ਜਾ ਸਕਦਾ ਕਬੱਡੀ ਦੇ ਵਿੱਚ। ਪਰ ਇਸ ਅੰਦੋਲਨ ਦੀ ਗੱਲ ਕਰੀਏ, ਤੁਹਾਡੀ ਗ੍ਰਿਫਤਾਰੀ ਹੁੰਦੀ ਹੈ, ਰਿਹਾਈ ਤੱਕ ਕਬੱਡੀ ਦੇ ਕਮੈਂਟ ਜਾਂ ਕਹਿ ਦਈਏ ਪ੍ਰਮੋਟਰਾਂ ਨੇ ਜਾਂ ਕਬੱਡੀ ਖਿਡਾਰੀਆਂ ਨੇ ਕਿੰਨਾ ਕੁ ਯੋਗਦਾਨ ਤੁਹਾਡਾ ਦਿੱਤਾ? ਗੁਰੂ ਮਹਾਰਾਜ ਦੀ ਕਿਰਪਾ ਨਾਲ ਯਾਰ, ਮੈਂ ਇਸ ਕਬੱਡੀ ਨੂੰ ਸਮਰਪਿਤ ਹਾਂ। ਕਬੱਡੀ ਦੇ ਖਿਡਾਰੀਆਂ ਦਾ, ਕਬੱਡੀ ਦੇ ਪ੍ਰਮੋਟਰਾਂ ਦਾ, ਜਿਨ੍ਹਾਂ ਨੇ ਜਿਵੇਂ ਵਾਰੀ ਕੋਈ ਸੋਸ਼ਲ ਮੀਡੀਆ ਦੇ ਉੱਤੇ ਮੇਰੀਆਂ ਪੋਸਟਾਂ ਪਾ ਕੇ ਜਾਂ ਕੋਈ ਮੇਰੇ ਘਰ ਦੇ ਨੂੰ ਕੁਛ ਤਰ੍ਹਾਂ, ਮੈਂ ਸਰਦਾਰ ਮੇਜਰ ਸਿੰਘ ਜੀ ਬਰਾੜ ਸਾਹਿਬ, ਜਲੰਧਰ ਸਿੰਘ ਜੀ ਸਿੱਧੂ, ਮਾਣੂ ਕੇ, ਗੁਰਲਾਲ ਕਰਮ ਪੱਲੰਡੇ ਕੇ, ਕੋਈ ਪ੍ਰਮੋਟਰ ਨੇ ਜਿਹੜਾ ਮੇਰਾ ਸਾਥ ਦੇਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੇ ਕਿਸ ਤਰ੍ਹਾਂ ਦਾ ਵੀ, ਜਿੱਥੇ ਵੀ ਜਿਨ੍ਹਾਂ ਨੇ ਮੇਰਾ ਸਾਥ, ਜੋ ਕੁਛ ਮੇਰੇ ਕੋਲ ਨਹੀਂ ਪਹੁੰਚ ਸਕੇ, ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ। ਮੈਨੂੰ ਥੋੜ੍ਹਾ ਜਿਹਾ ਸ਼ਿਕਵਾ ਤਾਂ ਹੋ ਗਿਆ ਸੀ ਵੀ ਮੈਂ ਇੰਨੇ ਦਿਨ ਹੋ ਗਏ ਆਇਆਂ ਨੂੰ, ਤੇ ਮੇਰੇ ਕੋਲ ਕਬੱਡੀ ਦੇ ਮੁੰਡੇ ਖੈਰ ਦੋਦੇ ਤੋਂ ਟੀਮ ਹੀ ਇੱਕ ਹਜੇ ਤੱਕ ਆਈ ਆ, ਤੇ ਇੱਕ ਮੁੰਡਾ ਸੁਖਰਾਜ ਆ ਕੇ ਗਿਆ ਅਨਾਊਂਸਰ, ਬਾਕੀ ਹੋਰ ਕਿਸੇ ਨੇ ਮੈਨੂੰ ਹਜੇ ਨਹੀਂ ਆਇਆ। ਪਰ ਫਿਰ ਵੀ ਮੈਂ ਕੋਈ ਸ਼ਿਕਵਾ ਨਹੀਂ ਇਹ ਚੀਜ਼ ਦਾ। ਇਹ ਜਿਹੜੀ ਜੰਗ ਹੈ, ਇਹ ਜਿਹੜਾ ਸੰਘਰਸ਼ ਹੈ, ਤੁਹਾਡਾ ਯੋਗਦਾਨ ਜਾਰੀ ਰਹੂਗਾ ਕਿ ਹੁਣ ਤੁਸੀਂ ਘਰ ਹੀ ਜਿਹੜੇ ਬੈਠੋਗੇ? ਬਾਈ ਦੇਖੋ ਨਾ, ਜੇ ਹੱਥ ਤੇ ਹੱਥ ਧਰ ਕੇ ਬਹਿ ਗਏ ਤਾਂ ਉਹੀ ਗੱਲ ਹੋ ਜਾਣੀ ਹੈ ਨਾ। ਇਹਨਾਂ ਨੇ, ਸਰਕਾਰਾਂ ਨੇ ਚਾਹੁੰਦੀਆਂ ਸੀ ਡਰਾ ਕੇ, ਤੁਹਾਡੇ ਤੇ ਪਰਚੇ ਕਿਉਂ ਕੱਟੇ? ਸਾਨੂੰ ਡਰਾ ਕੇ ਘਰੇ ਬਹਾਉਣ ਦੀ ਖਾਤਰ। ਜੇ ਅਸੀਂ ਡਰ ਗਏ ਜਾਂ ਪਰਚਿਆਂ ਤੋਂ ਜਾਂ ਕੋਈ ਹੋਰ ਮਾਹੌਲ ਤੋਂ, ਤਾਂ ਫਿਰ ਬਸ ਸਾਡੀ ਉਹ ਗੱਲ ਨਹੀਂ ਰਹਿਣੀ, ਸਾਡਾ ਵਜੂਦ ਖਤਮ ਹੋ ਜਾਣਾ। ਅਸੀਂ ਆਪਣੀ ਹੋਂਦ, ਆਪਣੇ ਵਜੂਦ ਬਚਾਉਣ ਦੀ ਕੋਸ਼ਿਸ਼, ਘਰੇ ਨਹੀਂ ਟਿਕ ਕੇ ਬਹਿ ਸਕਦੇ। ਹੁਣ ਤਾਂ ਮੇਰੀ ਵਾਈਫ ਵੀ ਨਾਲ ਜਾਣ ਨੂੰ ਤਿਆਰ ਆ। ਹਾਂਜੀ, ਹੁਣ ਪੂਰੇ ਪਰਿਵਾਰ ਸਮੇਤ ਜਿਹੜਾ ਅੰਦੋਲਨ ਦੇ ਵਿੱਚ ਹਿੱਸਾ ਲਓਗੇ? ਬਿਲਕੁਲ ਜੀ, ਬਿਲਕੁਲ। ਮੇਰੇ ਬੱਚੇ ਦੇ ਜੇ ਪੇਪਰ ਨਾ ਹੋਣ, ਪੇਪਰ ਦੇ ਵਿੱਚ ਪੜ੍ਹਾਈ ਦਾ ਕੋਈ ਥੋੜ੍ਹੀ ਜਿਹੀ ਹੈ, ਜੇ ਨਾ ਹੋਏ ਤਾਂ ਮੈਂ ਚੱਲਾਂਗਾ, ਪੱਕਾ ਪਰਿਵਾਰ ਸਮੇਤ ਜਾਵਾਂਗਾ। ਜਦੋਂ ਤੁਹਾਡੀ ਰਿਹਾਈ ਹੋਈ, ਜਦੋਂ ਤੁਸੀਂ ਇਸ ਆਪਦੇ ਜ਼ਿਲ੍ਹੇ ਵਿੱਚ ਪਹੁੰਚੇ, ਗਿੱਦੜਬਾਹਾ ਵਿਖੇ ਪਹੁੰਚੇ, ਤੁਹਾਡਾ ਵੱਡਾ ਜਿਹੜਾ ਸਨਮਾਨ ਕੀਤਾ ਗਿਆ, ਫੁੱਲਾਂ ਦੇ ਹਾਰ ਪਿੰਡ ਵਿੱਚ ਵੀ ਪਾਏ ਗਏ, ਕਿਵੇਂ ਮਹਿਸੂਸ ਹੋਇਆ ਉਦੋਂ? ਬਹੁਤ ਵਧੀਆ। ਮੈਨੂੰ ਇੱਦਾਂ ਲੱਗ ਰਿਹਾ ਸੀ ਜਿਵੇਂ ਕਿ ਯਾਰ ਜ਼ਿੰਦਗੀ ਦਾ ਪਹਿਲਾ ਸਨਮਾਨ ਆ। ਵਧੀਆ, ਮੈਂ ਬਹੁਤ ਵਧੀਆ ਲੱਗਿਆ, ਬਹੁਤ ਵਧੀਆ, ਯਾਨੀ ਕਿ ਢੰਗ ਦੇ ਨਾਲ ਮੈਨੂੰ ਇੰਨਾ ਮੋਹ, ਇੰਨਾ ਪਿਆਰ। ਮੈਂ ਤਾਂ ਯਾਨੀ ਕਿ ਮੇਰੀ ਉਮੀਦ ਤੋਂ ਕਿਤੇ ਵੱਧ ਗਏ।
ਹਾਂ ਉਮੀਦ ਤੋਂ ਕਿਤੇ ਵੱਧ ਕਿਤੇ ਆਪਣੇ ਆਪ ਨੂੰ ਫਖਰ ਮਹਿਸੂਸ ਹੋ ਰਿਹਾ ਮੈਂ ਚੰਗਾ ਪਹਿਲਾਂ ਤਾਂ ਨਮੋਸ਼ੀ ਸੀਗੀ ਯਾਰ ਮੈਂ ਜੇਲ੍ਹ ਦੇ ਵਿੱਚੋਂ ਆਇਆ ਲੋਕ ਕਿਤੇ ਨਾ ਸਮਝਣ ਪਰ ਜਦੋਂ ਮੈਨੂੰ ਪਤਾ ਲੱਗਿਆ ਵੀ ਮੈਂ ਜੇਲ੍ਹ ਦੇ ਵਿੱਚੋਂ ਕੋਈ ਚੰਗਾ ਕੰਮ ਕਰਕੇ ਆਇਆ ਲੋਕ ਸੜਕਾਂ 'ਤੇ ਇਸੇ ਨਾ ਜਿਵੇਂ ਕਿ ਮੇਰਾ ਕੋਟ ਭਾਈ ਸਹੁਰਾ ਪਿੰਡ ਹੈ ਯਾਨੀ ਕਿ ਪਰਿਵਾਰ ਹੈ ਉੱਥੇ ਉਹਨਾਂ ਨੇ ਬਹੁਤ ਜ਼ਿਆਦਾ ਯਾਨੀ ਕਿ ਮੇਰੇ 'ਤੇ ਹਾਰ ਪਾ ਕੇ ਫੁੱਲਾਂ ਦੀ ਵਰਖਾ ਕਰਕੇ ਇੱਕ ਤਰ੍ਹਾਂ ਦੀ ਮੇਰਾ ਸਵਾਗਤ ਕੀਤਾ ਮਨ ਨੂੰ ਚਾਅ ਚੜ੍ਹ ਗਿਆ ਵੀ ਇੰਨਾ ਤਾਂ ਮੇਰੀ ਬਰਾਤ ਵੇਲੇ ਵੀ ਨਹੀਂ ਉਹਨਾਂ ਨੇ ਚਾਅ ਮਨਾਇਆ ਸੀ ਜਿੰਨਾ ਐਗਤੀ ਮਨਾਇਆ ਹਾਂਜੀ। ਇਹ ਜਸਵਿੰਦਰ ਆਸਾ ਬੁੱਟਰ ਲੰਮੇ ਸਮੇਂ ਤੋਂ ਸੰਘਰਸ਼ ਵਿੱਚ ਡਟਿਆ ਹੋਇਆ ਟਿੱਕਰੀ ਬਾਰਡਰ ਤੇ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਇੱਕ ਮਾਰਚ ਕੱਢਿਆ ਜਾਂਦਾ ਸੀ ਨੰਗੇ ਧੜ ਹੋ ਕੇ ਉਹਦੇ ਵਿੱਚ ਵੀ ਵੱਧ ਚੜ ਕੇ ਨੌਜਵਾਨ ਹਿੱਸਾ ਲੈਂਦਾ ਸੀ। ਇਸ ਤੋਂ ਇਲਾਵਾ ਟਿੱਕਰੀ ਬਾਰਡਰ ਦੀ ਸਟੇਜ ਤੇ ਵਲੰਟੀਅਰ ਦੇ ਤੌਰ ਤੇ ਜਿਹੜੀ ਹੈ ਇਹ ਵੀ ਸੇਵਾ ਨਿਭਾਉਂਦਾ ਸੀ। ਬਾਈ ਜੀ ਮਾਰਚ ਵਾਲੇ ਜਿਹੜੇ ਦੋਸਤ ਤੁਹਾਨੂੰ ਟਿੱਕਰੀ ਬਾਰਡਰ ਤੇ ਮਿਲੇ ਸੀ ਜਿਨ੍ਹਾਂ ਨਾਲ ਪ੍ਰੇਮ ਪਿਆਰ ਬਣ ਗਿਆ ਕੀ ਤੁਹਾਨੂੰ ਹੁਣ ਉਹ ਯਾਦ ਕਰ ਰਹੇ ਨੇ ਬੁਲਾ ਰਹੇ ਨੇ ਕਿ ਦੁਬਾਰਾ ਮਾਰਚ ਆਪਾਂ ਸ਼ੁਰੂ ਕਰਨਾ ਜਸਵਿੰਦਰ ਜੀ ਆਜੋ। ਹਾਂਜੀ ਸਾਰੇ ਦੋਸਤਾਂ ਦਾ ਧੰਨਵਾਦ ਕਿਉਂਕਿ ਹਰ ਇੱਕ ਨੂੰ ਅੱਜ ਕੱਲ੍ਹ ਦੇ ਬੜੇ ਕੀਮਤੀ ਸਭ ਤੋਂ ਜ਼ਿਆਦਾ ਕਿਸੇ ਦੇ ਕੋਲੇ ਸਮਾਂ ਲੈਣਾ ਜਿਹੜੇ ਉੱਥੇ ਸਮਾਂ ਦੇ ਰਹੇ ਨੇ ਮਾਰਚਾਂ ਦੇ ਵਿੱਚੋਂ ਸਮਾਂ ਦੇ ਰਹੇ ਨੇ ਸਭ ਤੋਂ ਬਹੁਤ ਵਧੀਆ ਦੋਸਤਾਂ ਦਾ ਤੈਨੂੰ ਵੀ ਪਤਾ ਦੋਸਤ ਹੀ ਹੁੰਦੇ ਆ ਉਹ ਕਹਿੰਦੇ ਵੀ ਜਲਦ ਇੱਧਰ ਆ ਜਾ ਪਰ ਪਰਿਵਾਰ ਦਾ ਵੀ ਥੋੜ੍ਹਾ ਬਹੁਤਾ ਮਾੜਾ ਮੋਟਾ ਇੱਧਰਲੇ ਪਾਸੇ ਕਿਉਂਕਿ ਮੈਂ ਇਕੱਲਾ ਘਰ ਦੇ ਵਿੱਚ ਵੀ ਮੈਂ ਕਮਾਈ ਵੀ ਕਰਨੀ ਆ ਥੋੜ੍ਹੀ ਬਹੁਤੀ ਘਰ ਦਾ ਖਰਚਾ ਵੀ ਤੋਰਨਾ ਹੈ ਇਸੇ ਕਰਕੇ ਮੈਂ ਥੋੜ੍ਹਾ ਘਰ ਬਾਰੇ ਸੋਚ ਕੇ ਬਾਅਦ ਦੇ ਵਿੱਚ ਸਾਰੇ ਦੋਸਤਾਂ ਦੇ ਟਾਈਮ ਇਸ ਵਕਤ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਜਿਹੜੇ ਲੋਕ ਆ ਉਹ ਦੇਖ ਰਹੇ ਆ ਕਿਉਂਕਿ ਉਹਨਾਂ ਨੂੰ ਜ਼ਿਆਦਾ ਫਿਕਰ ਹੈ ਇਹ ਅੰਦੋਲਨ ਦੀ ਉਹਨਾਂ ਨੂੰ ਜ਼ਿਆਦਾ ਫਿਕਰ ਹੈ ਕਿ ਜਿਹੜੇ ਨੌਜਵਾਨ ਜੇਲ੍ਹਾਂ ਵਿੱਚ ਬੰਦ ਆ ਜਾਂ ਰਿਹਾ ਹੋ ਕੇ ਆਏ ਉਹਨਾਂ ਦਾ ਹਾਲ ਉਹ ਜਾਣਨਾ ਚਾਹੁੰਦੇ ਕੀ ਉਹਨਾਂ ਨੂੰ ਅਪੀਲ ਕਰਨਾ ਚਾਹੋਗੇ ਤੁਸੀਂ। ਮੈਂ ਅਪੀਲ ਕਰਨਾ ਚਾਹਾਂਗਾ ਵੀ ਦੋਸਤੋ ਤੁਹਾਡਾ ਬੜਾ ਪਹਿਲਾਂ ਤਾਂ ਧੰਨਵਾਦ ਕਿਸਾਨੀ ਅੰਦੋਲਨ ਦੇ ਨਾਲ ਜਿੰਨੇ ਸੰਘਰਸ਼ ਦੇ ਨਾਲ ਜੁੜਦੇ ਹੋਰ ਜੋੜਨ ਦੀ ਕੋਸ਼ਿਸ਼ ਕਰੋ ਤੇ ਨਾਲ ਜੇ ਕੋਸ਼ਿਸ਼ ਕਰ ਸਕੋਗੇ ਕਿਉਂਕਿ ਸਾਡੇ ਕੋਲੇ ਇੰਨੀ ਕੋਈ ਤਮਾਮ ਨਹੀਂ ਸਾਡੇ ਪਰਚੇ ਜਿਹੜੇ ਉਹਨਾਂ ਨੂੰ ਕਹੋ ਵੀ ਰੱਦ ਜ਼ਰੂਰ ਕਰਵਾਉਣ ਦੀ ਕੋਸ਼ਿਸ਼ ਕਰਿਓ ਕਿਉਂਕਿ ਤੁਹਾਨੂੰ ਵੀ ਪਤਾ ਵੀ ਅੱਜ ਕੱਲ੍ਹ ਲੰਮੀ ਘਾਲਣਾ ਘੱਲ ਜਾਂਦੀ ਕੋਈ ਸਾਡਾ ਜੇ ਕਸੂਰ ਹੋਵੇ ਤਾਂ ਅਸੀਂ ਜ਼ਿੰਮੇਵਾਰ ਹਾਂ ਤੇ ਨਾਲ ਮੇਰੀ ਬੇਨਤੀ ਆ ਜਿੰਨੇ ਵੀ ਸਾਡੇ ਭਰਾ ਬੈਠੇ ਨੇ ਬਾਹਰ ਸੋ ਤੁਹਾਡਾ ਜਿੰਨਾ ਵੀ ਹੋ ਤਹਿ ਦਿਲੋਂ ਧੰਨਵਾਦ ਕਰ ਸਕਦੇ ਹਾਂ ਕਿਉਂਕਿ ਤੁਸੀਂ ਪਹਿਲਾਂ ਬਹੁਤ ਕੁਝ ਕਰ ਰਹੇ ਹੋ। ਬਾਈ ਜੀ ਕਿਉਂਕਿ ਤੁਹਾਡਾ ਹੁਣ ਇੱਕ ਤਰ੍ਹਾਂ ਦਾ ਤਜਰਬਾ ਹੋ ਗਿਆ ਕਿਉਂਕਿ ਜਦੋਂ ਬੰਦਾ ਕਿਸੇ ਰਾਹ ਪੈਂਦਾ ਉਦੋਂ ਹੀ ਪਤਾ ਲੱਗਦਾ ਕਿ ਇਹਦੇ ਵਿੱਚੋਂ ਆਪਾਂ ਨਿਕਲ ਕਿਵੇਂ ਸਕਦੇ ਹਾਂ। ਮੈਂ ਇਹ ਵੀ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿਉਂਕਿ ਪੰਜਾਬ ਵਿੱਚ ਜਦੋਂ ਅਸੀਂ ਪਹੁੰਚਿਆ ਤਾਂ ਇਹ ਵੀ ਪਤਾ ਲੱਗਿਆ ਕਿ ਬਹੁਤ ਸਾਰੇ ਲੋਕਾਂ ਤੇ ਪਰਚੇ ਜਿਹੜੇ ਆ ਉਹ ਦਿੱਤੇ ਗਏ ਨਹੀਂ ਭਾਵੇਂ ਉਹ ਲਾਲ ਕਿਲ੍ਹੇ ਵਿੱਚ ਪਹੁੰਚੇ ਸੀ ਕਿਸੇ ਨੇ ਕੋਈ ਵੀਡੀਓ ਅਪਲੋਡ ਕੀਤੀ ਸੀ ਜਾਂ ਕਿਸ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਹੋਇਆ ਸੀ ਪਰ ਹਜੇ ਵੀ ਪੰਜਾਬ ਦੀ ਪੁਲਿਸ ਆ ਜਿਹੜੀ ਉਹਨਾਂ ਨੂੰ ਫੜਨ ਦੇ ਲਈ ਛਾਪੇਮਾਰੀ ਕਰਦੀ ਹੈ ਪਰ ਉਹ ਲੁਕ ਰਹੇ ਨੇ ਉਹ ਡਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿੱਦਾਂ ਦਾ ਸਹਾਰਾ ਲਿਆ ਜਾ ਸਕਦਾ ਕਿ ਘਬਰਾਉਣ ਦੀ ਲੋੜ ਨਹੀਂ ਜਾਂ ਕਿਹਦੇ ਕੋਲੇ ਜਾ ਕੇ ਉਹ ਮਦਦ ਦੇ ਲਈ ਪੁਕਾਰ ਕਰ ਸਕਦੇ ਆ। ਮੈਂ ਜੀ ਸਭ ਤੋਂ ਬੈਟਰ ਚੀਜ਼ ਆ ਵੀ ਕਾਨੂੰਨ ਦੇ ਵਿੱਚੋਂ ਜਾ ਕੇ ਆਪਾਂ ਅੱਜ ਕੱਲ੍ਹ ਦੇਖਦੇ ਹਾਂ ਵੀ ਕਿਹਦੇ ਤੇ ਭਰੋਸਾ ਪਰ ਵਕੀਲ ਜਿੰਨੇ ਐਡਵੋਕੇਟਸ ਨੇ ਜਿਵੇਂ ਸਾਡੇ ਨਾਲ ਕਿਸਾਨੀ ਸੰਘਰਸ਼ ਦੇ ਨਾਲ ਪਤਾ ਹੀ ਨਹੀਂ ਪੰਜਾਬ ਦੇ ਵਿੱਚੋਂ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚੋਂ ਪੜ੍ਹੇ ਲਿਖੇ ਐਜੂਕੇਟਡ ਵਕੀਲ ਜਿਹੜੇ ਜੁੜ ਕੇ ਸਾਨੂੰ ਦੇਖੋ ਜੇਲ੍ਹਾਂ ਦੇ ਵਿੱਚੋਂ ਕਢਾ ਸਕਦੇ ਆ ਤਾਂ ਤੁਹਾਨੂੰ ਵੀ ਸਿੱਧੇ ਰਾਹ ਪਾ ਸਕਦੇ ਆ ਜ਼ਿਆਦਾਤਰ ਆਪਣੇ ਵਕੀਲਾਂ ਦੇ ਨਾਲ ਇਹ ਰਾਏ ਮਸ਼ਵਰਾ ਜ਼ਰੂਰ ਕਰੋ ਜਾ ਕੇ। ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਬਾਈ ਜੀ ਨੇ ਬਹੁਤ ਵਧੀਆ ਗੱਲ ਕਹੀ ਕਿ ਵਕੀਲਾਂ ਦੇ ਨਾਲ ਜਾ ਕੇ ਸਲਾਹ ਮਸ਼ਵਰਾ ਕੀਤਾ ਜਾਵੇ। ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਿਆ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਆਪਣੇ ਵਿਚਾਰ ਆ ਜਿਹੜੇ ਕਮੈਂਟ ਬਾਕਸ ਵਿੱਚ ਜ਼ਰੂਰ ਦੇਣੇ। ਬਾਕੀ ਉਹਨਾਂ ਕਿਸਾਨਾਂ ਨੂੰ ਵੀ ਸਾਡੀ ਅਪੀਲ ਆ ਉਹਨਾਂ ਕਿਸਾਨਾਂ ਨੂੰ ਵੀ ਸਾਡੀ ਗੁਜ਼ਾਰਿਸ਼ ਹੈ ਕਿ ਜਿਨ੍ਹਾਂ 'ਤੇ ਪਰਚੇ ਹੋਏ ਨੇ ਜਿਨ੍ਹਾਂ ਨੂੰ ਫੜਨ ਦੇ ਲਈ ਪੰਜਾਬ ਪੁਲਿਸ ਆ ਜਿਹੜੀ ਛਾਪੇ ਮਾਰ ਰਹੀ ਹੈ ਤੁਹਾਨੂੰ ਡਰਨ ਦੀ ਬਜਾਏ ਆਪਦੇ ਯੂਨੀਅਨ ਦੇ ਜਿਹੜੇ ਅਹੁਦੇਦਾਰ ਆ ਜਾਂ ਯੂਨੀਅਨ ਦੇ ਨੇਤਾ ਹੈਗੇ ਨੇ ਉਹਨਾਂ ਨਾਲ ਜਾ ਕੇ ਸੰਪਰਕ ਕਰੋ ਉਹਨਾਂ ਤੋਂ ਰਾਏ ਮਸ਼ਵਰਾ ਲਓ ਕਿਉਂਕਿ ਇਹ ਲੜਾਈ ਲੰਬੀ ਹੈ। ਇਸ ਲੜਾਈ ਦੇ ਵਿੱਚ ਸਾਨੂੰ ਏਕੇ ਦੀ ਜਿਹੜੀ ਹੈ ਬਹੁਤ ਵੱਡੀ ਲੋੜ ਹੈ ਤੇ ਏਕਾ ਇਹ ਬਰਕਰਾਰ ਰੱਖਣ ਦੇ ਲਈ ਸਾਡੀਆਂ ਵਿਚਾਰਾਂ ਦੀ ਸਾਂਝ ਆ ਜਿਹੜੀ ਜਾਂ ਸਾਡੀ ਭਾਈਚਾਰਕ ਸਾਂਝ ਆ ਇਹ ਕਾਇਮ ਰੱਖਣ ਦੇ ਲਈ ਸਾਨੂੰ ਦ੍ਰਿੜ ਇਰਾਦੇ ਦੀ ਲੋੜ ਹੈ। ਸੋ ਉਮੀਦ ਕਰਦੇ ਹਾਂ ਦ੍ਰਿੜ ਇਰਾਦਾ ਬਣਿਆ ਰਹੇਗਾ ਤੇ ਕਿਸਾਨੀ ਸੰਘਰਸ਼ ਦੇ ਵਿੱਚ ਅੰਤ ਦੇ ਵਿੱਚ ਜਿਹੜੀ ਜਿੱਤ ਆ ਉਹ ਕਿਸਾਨਾਂ ਦੀ ਹੋਵੇਗੀ। ਲਗਾਤਾਰ ਸਾਂਝਾ ਟੀਵੀ ਦੀ ਇਹੀ ਕੋਸ਼ਿਸ਼ ਕਿ ਪਲ ਪਲ ਦੀ ਅਪਡੇਟ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਹੀਏ। ਸੋ ਮਿਲਦੇ ਹਾਂ ਨਵੀਂ ਗੱਲਬਾਤ ਦੇ ਨਾਲ ਤਦ ਤੱਕ ਤੁਸੀਂ ਦੇਖਦੇ ਰਹੋ ਸਾਂਝਾ ਟੀਵੀ। ਸਤਿ ਸ਼੍ਰੀ ਅਕਾਲ।